ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀ ਦੇ ਆਤਮਾ ਨਿਤਕ ਭੈ। ਇਹ ਵਿਚਾਰ ਕਿਨੈ ਲਗਲੇ ਸੁਨੈ ਹੋਦ ਵਿਚਾਰ। ਦਿਨ ਰਾਤ ਦੇਨਾ ਰਹਿ ਇਕਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਜੀ ਸਾਹਿਬ ਦਾ ਪਾਠ ਕਰਿਆ ਕਰ। ਕਹਿੰਦਾ ਜੀ ਕਿੰਨੇ ਕੁ ਵਾਰ। ਗੁਰੂ ਜੀ ਕਹਿੰਦੇ ਜਿੰਨੀ ਵਾਰ ਹੋ ਸਕੇ ਕਰੀ ਜਾਇਆ ਕਰ। ਜਦੋਂ ਵਿਹਲਾ ਹੋ ਕੇ ਹੋਰ ਪਾਸੇ ਲੱਗੇਗਾ ਤੇ ਫਾਲਤੂ ਦੀਆਂ ਗੱਲਾਂ ਹੀ ਕਰਨੀਆਂ ਨੇ। ਇਹਦੇ ਨਾਲੋਂ ਚੰਗਾ ਕਿ ਨਾਮ ਜਪਿਆ ਜਾਏ, ਬਾਣੀ ਪੜ੍ਹੀ ਜਾਏ। ਤੇ ਨਾਲ ਉਹਨੂੰ ਹੁਕਮ ਕੀਤਾ ਕਿ ਕੋਈ ਲੋੜਵੰਦ ਆ ਜਾਏ, ਗੁਰਸਿੱਖ ਆ ਜਾਏ, ਉਹਨੂੰ ਵੀ ਕੰਮ ਘੱਟ ਦੇ ਵਿੱਚ ਵੀ ਕਰਦੇ। ਕਿਸੇ ਕੋਲ ਕਦੇ ਪੈਸਾ ਨਾ ਵੀ ਹੋਵੇ ਤੇ ਇਹ ਨਾ ਸੋਚੀ ਕਿ ਪੈਸਾ ਚਾਹੀਦਾ ਤਦੇ ਕੰਮ ਕਰਨਾ। ਲੋੜਵੰਦ ਦੀ ਸਹਾਇਤਾ ਕਰੀ, ਆਪਣੀ ਕਮਾਈ ਚੋਂ ਦਸਵੰਧ ਕੱਢੀ। ਇੱਕ ਦਿਨ ਕੋਈ ਕੰਮ ਪਿਆ ਵੀ। ਕੁਝ ਗ੍ਰਸਤੀ ਸਨ ਗੁਰਸਿੱਖ, ਜਿਨ੍ਹਾਂ ਦੇ ਉੱਤੇ ਕਿਸੇ ਕਾਰਨ ਕਰਕੇ ਕੁਝ ਕੇਸ ਬਣ ਗਿਆ, ਹੱਥਕੜੀਆਂ ਲੱਗ ਗਈਆਂ ਤੇ ਉਹਨਾਂ ਨੂੰ ਸਬੱਬ ਲੱਗਿਆ, ਨਿਕਲ ਕੇ ਆਏ ਤੇ ਇਹਦੇ ਕੋਲ ਆ ਕੇ ਆਪਣੀ ਹੱਥਕੜੀਆਂ ਕਟਾਉਣ ਵਾਸਤੇ ਆਏ। ਉਹਨਾਂ ਨੇ ਇਹਨੂੰ ਆਖਿਆ ਕਿ ਜਿਹੜੀਆਂ ਇਹ ਹੱਥਕੜੀਆਂ ਨੇ ਸਾਡੀਆਂ ਕੱਟਦੇ, ਅਸੀਂ ਗੁਨਾਹਗਾਰ ਨਹੀਂ ਹਾਂ, ਤੂੰ ਜਾਣਦਾ, ਪਰ ਸਾਡੇ ਕੋਲ ਤੈਨੂੰ ਦੇਣ ਵਾਸਤੇ ਕੁਛ ਨਹੀਂ। ਉਦੋਂ ਫਿਰ ਇਹਨੇ ਇਹਨਾਂ ਦੀਆਂ ਹੱਥਕੜੀਆਂ ਵੀ ਕੱਟੀਆਂ। ਐਸਾ ਵੀ ਪ੍ਰਸੰਗ ਮਿਲਦਾ ਹੈ। ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਇੱਕ ਸਿੱਖ ਆਇਆ ਜਿਹਦਾ ਨਾਮ ਭਾਈ ਢਿੰਗਾ ਸੀ, ਜੋ ਕਹਿ ਲਓ ਸੈਣ ਨਾਈ ਜੀ ਭਗਤਾਂ 'ਚ ਹੋਏ ਹਨ। ਜਿਹਦਾ ਨਾਮ ਬਾਣੀ 'ਚ ਆਉਂਦਾ ਹੈ ਸੈਣ ਨਾਈ ਬੁੱਤਕਾਰੀਆ। ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਵੀ ਭਾਈ ਢਿੰਗਾ ਨਾਈ ਬਰਾਦਰੀ ਦੇ ਵਿੱਚੋਂ ਸੀ। ਇਹ ਵੀ ਗੁਰੂ ਅੰਗਦ ਦੇਵ ਸਾਹਿਬ ਕੋਲ ਆਇਆ। ਗੁਰੂ ਜੀ ਨੇ ਇਹਨੂੰ ਵੀ ਉਪਦੇਸ਼ ਦਿੱਤਾ ਕਿ ਆਪਾਂ ਭਾਵ ਮਾਰ ਕੇ ਹੰਕਾਰ ਤੋਂ ਰਹਿਤ ਹੋ ਕੇ ਜੀਵਨ ਬਤੀਤ ਕਰੋ, ਸਿਮਰਨ ਕਰੋ ਤਾਂ ਭਲਾ ਹੈ। ਇਸ ਤਰੀਕੇ ਹੋਰ ਵੀ ਬੜੇ ਸਿੱਖ ਆਏ, ਜਿਨ੍ਹਾਂ ਵਿੱਚੋਂ ਹੁਣ ਜ਼ਿਕਰ ਚੱਲ ਰਿਹਾ ਹੈ। ਇੱਕ ਸਿੱਖ ਆਇਆ ਭਾਈ ਪਾਰੋ ਜੁਲਕਾ ਜੀ ਦਾ ਨਾਮ ਹੈ। ਪਾਰੋ ਜੁਲਕਾ ਜੀ ਨੇ ਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ, ਕੋਲ ਬੈਠਿਆ ਤੇ ਬੇਨਤੀ ਕਰਨ ਲੱਗਿਆ। ਕਹਿੰਦਾ ਮਹਾਰਾਜ ਜੀ, ਇੱਥੇ ਗੁਰਸਿੱਖਾਂ ਵਿੱਚ ਇੱਕ ਵਚਨ ਸੁਣੀਦਾ ਹੈ ਕਿ ਪਰਮਹੰਸ ਅਵਸਥਾ ਬੜੀ ਉੱਚੀ ਅਵਸਥਾ ਹੁੰਦੀ ਹੈ। ਪਰਮਹੰਸ ਕਿਹਨੂੰ ਕਹਿੰਦੇ ਆ? ਹੰਸ ਤੇ ਬਥੇਰੇ ਸੁਣਿਆ। ਹੰਸਾਂ ਬਾਰੇ ਤਾਂ ਸੁਣਿਆ ਹੈ ਕਿ ਮਾਨ ਸਰੋਵਰ ਝੀਲ ਵਿੱਚ ਰਹਿੰਦੇ ਹਨ, ਹੀਰੇ ਮੋਤੀ ਚੁਗਦੇ ਹਨ। ਅਗਰ ਹੰਸ ਨੂੰ ਦੁੱਧ ਪਾਣੀ ਵਿੱਚ ਮਿਲਾ ਕੇ ਪਾ ਦਿਓ, ਉਹਨਾਂ ਦੀ ਦੁੱਧ ਚੁੰਝ 'ਤੇ ਖਟਾਸ ਲੱਗੀ ਹੁੰਦੀ ਹੈ। ਦੁੱਧ ਵਿੱਚ ਆਪਣੀ ਚੁੰਝ ਪਾਉਂਦੇ ਹਨ, ਪਾਣੀ ਵੱਖਰਾ ਹੋ ਜਾਂਦਾ। ਖਟਾਸ ਦੇ ਨਾਲ
ਦੁੱਧ ਦੀਆਂ ਜਿਹੜੀਆਂ ਛਿੱਲੜਾਂ ਬੋਟੀਆਂ ਜਿਹੀਆਂ ਬਣ ਜਾਂਦੀਆਂ ਹਨ, ਪਨੀਰ ਬਣ ਜਾਂਦਾ, ਪਨੀਰ ਨੂੰ ਖਾ ਜਾਂਦੇ, ਪਾਣੀ ਨੂੰ ਛੱਡ ਜਾਂਦੇ। ਐਸੇ ਹੰਸ ਤੇ ਸੁਣੇ ਹਨ। ਇਹ ਪਰਮ ਹੰਸ ਕੌਣ ਹੋਇਆ? ਇਹ ਕਿਰਪਾ ਕਰਕੇ ਆਪ ਜੀ ਦੱਸੋ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਫਿਰ ਜੋ ਪਰਮਹੰਸ ਗੁਰਮੁਖ ਦੀ ਅਵਸਥਾ ਦਾ ਉਹਨਾਂ ਨੂੰ ਦੱਸਿਆ। ਭਾਈ ਪਾਰੋ ਜੁਲਕਾ ਜੀ ਨੂੰ ਬੜੇ ਪ੍ਰੇਮ ਨਾਲ ਸੁਣੋ, ਹਾਜ਼ਰੀਆਂ ਲਵਾਓ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਹ ਰਾਸ ਪਹਿਲੀ ਦਾ 11ਵਾਂ ਅੰਸੂ ਹੈ। ਉਸ ਦੀ 46 ਪੌੜੀਆਂ ਹੋ ਚੁੱਕੀਆਂ, ਅੱਗੇ 47ਵੀਂ ਆਰੰਭ ਕਰ ਰਹੇ ਹਾਂ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਕਹਿੰਦੇ ਜਿਵੇਂ ਹੰਸ ਹੁੰਦੇ ਹਨ ਉਹ ਪਾਣੀ ਤੋਂ ਦੁੱਧ ਵੱਖਰਾ ਕਰ ਲੈਂਦੇ, ਉਹਨਾਂ ਦੀ ਚੁੰਝ ਵਿੱਚ ਐਸੀ ਤਾਕਤ ਪਰਮਾਤਮਾ ਨੇ ਰੱਖੀ ਹੈ, ਖਟਾਸ ਹੁੰਦੀ ਹੈ ਕਿ ਜਿਉਂ ਦੁੱਧ ਵਿੱਚ ਚੁੰਝ ਪਾਉਂਦੇ ਹਨ, ਪਾਣੀ ਵੱਖਰਾ, ਦੁੱਧ ਦੀਆਂ ਜਿਹੜਾ ਪਨੀਰ ਬਣ ਜਾਂਦਾ, ਪਨੀਰ ਦੀਆਂ ਛੋਟੇ ਛੋਟੇ ਟੁਕੜੇ ਜੇ ਵੱਖਰੇ ਹੋ ਜਾਂਦੇ ਹਨ। ਪਾਣੀ ਛੱਡ ਜਾਂਦੇ ਹਨ, ਦੁੱਧ ਨਿਚੋੜ ਹੈ ਜਿਹੜਾ ਦੁੱਧ ਦਾ ਉਹ ਹੈ ਪਨੀਰ, ਉਹਨੂੰ ਲੈ ਜਾਂਦੇ ਹਨ। ਕਹਿੰਦੇ ਹੰਸ ਹੈ ਜਿਹੜਾ ਪਾਣੀ ਛੱਡ ਜਾਂਦਾ ਹੈ ਤੇ ਪਨੀਰ ਨੂੰ ਗ੍ਰਹਿਣ ਕਰ ਲੈਂਦਾ ਹੈ। ਫਿਰ ਉਡਾਰੀ ਜਿਹੜੀ ਹੈ ਹੰਸ ਦੀ ਬੜੀ ਲੰਮੀ ਹੈ, ਛੇਤੀ ਕੀਤਿਆਂ ਨਹੀਂ ਉਤਰਦਾ, ਟਟੀਰੀ ਦੀ ਤਰ੍ਹਾਂ ਨਹੀਂ ਹੈ, ਕਊਏ ਦੀ ਤਰ੍ਹਾਂ ਨਹੀਂ ਹੈ, ਉਹਦੀ ਵੀ ਥਾਂ ਥਾਂ ਜਾ ਕੇ ਡਿੱਗਦਾ ਹੈ। ਇੱਕ ਥਾਂ ਤੋਂ ਦੂਜੀ ਥਾਂ ਉਡਾਰੀ ਮਾਰਦਾ ਹੈ ਤੇ ਸੈਂਕੜੇ ਮੀਲਾਂ ਤੱਕ ਚਲਾ ਜਾਂਦਾ ਹੈ। ਇੱਕ ਅਵਸਥਾ ਵੀ ਹੁੰਦੀ ਹੈ ਗੁਰਸਿੱਖ ਦੀ ਜਿਹਨੂੰ ਅਸੀਂ ਪਰਮਹੰਸ ਕਹਿੰਦੇ ਹਾਂ। ਪਰਮਹੰਸ ਦਾ ਅਰਥ ਹੈ ਵੱਡਾ ਹੰਸ, ਜਿਹਦੀ ਹੰਸ ਤੋਂ ਵੀ ਵਡਿਆਈ ਵੱਡੀ ਹੋਵੇ। ਭਾਈ ਪਾਰੋ ਜੁਲਕਾ ਜੀ ਕਹਿੰਦੇ ਉਹੀ ਪੁੱਛਣਾ ਚਾਹੁੰਦਾ ਮਹਾਰਾਜ ਵੀ ਉਹਨਾਂ ਨੂੰ ਕਿਉਂ ਪਰਮਹੰਸ ਕਹਿੰਦੇ। ਮਹਾਰਾਜ ਕਹਿੰਦੇ ਦੇਖੋ ਜਿਹੜੇ ਹੰਸ ਹੁੰਦੇ ਹਨ ਉਹ ਮੋਤੀ ਖਾਂਦੇ ਹਨ, ਮੋਤੀਆਂ ਦੀ ਇੱਛਾ ਰਹਿੰਦੀ ਹੈ। ਬਾਣੀ 'ਚ ਵੀ ਲਿਖਿਆ ਹੈ ਹੰਸਾਂ ਹੀਰੇ ਮੋਤੀ ਚੁਗਣਾ, ਬਾਗ ਡੱਡਾਂ ਭਾਲਣ ਜਾਵੈ। ਹੰਸ ਹੈ ਜਿਹੜਾ ਮੋਤੀ ਖਾਂਦਾ ਹੈ, ਉਹਦੀ ਖੁਰਾਕ ਬੜੀ ਅੱਵਲ ਦਰਜੇ ਦੀ ਹੁੰਦੀ ਹੈ। ਇਸੇ ਤਰੀਕੇ ਜਿਹੜਾ ਇਨਸਾਨ ਮੁਕਤੀ ਰੂਪੀ ਮੋਤੀ ਦਾ ਅਧਿਕਾਰੀ ਹੋ ਗਿਆ, ਹੰਸ ਮੋਤੀ ਖਾਂਦੇ, ਇੱਧਰੋਂ ਜਿਸ ਇਨਸਾਨ ਦੇ ਅੰਦਰ ਮੋਕਸ਼ ਦੀ ਇੱਛਾ ਪੈਦਾ ਹੋ ਗਈ, ਮੁਕਤੀ ਦੀ ਇੱਛਾ ਪੈਦਾ ਹੋ ਗਈ, ਖਾਹਿਸ਼ ਪੈਦਾ ਹੋ ਗਈ, ਤਮੰਨਾ ਲਾਲਸਾ ਪੈਦਾ ਹੋ ਗਈ ਮੁਕਤੀ ਦੀ, ਤੇ ਮੁਕਤੀ ਜਿਹਦੀ ਖੁਰਾਕ ਬਣ ਗਈ, ਮੁਕਤੀ ਤੋਂ ਉਰੇ ਜਿਹਨੂੰ ਟਿਕਾ ਨਹੀਂ ਮਿਲੇ, ਉਹਨੂੰ ਪਰਮਹੰਸ ਕਹਿੰਦੇ ਹਨ। ਤੇ ਜਿਵੇਂ ਹੰਸ ਮਾਨ ਸਰੋਵਰ ਝੀਲ ਵਿੱਚ ਰਹਿੰਦੇ ਆ, ਹੁਣ ਜੇ ਜਾਣਾ ਹੋਵੇ ਚਾਈਨਾ ਵੱਲ ਦੀ ਜਾਣਾ ਪੈਂਦਾ ਆਪਣੇ, ਉਹ ਜੇ ਜਾਣਾ ਹੋਵੇ ਉੱਧਰ ਕਈ ਗੁਰਮੁਖ ਜਾਂਦੇ ਵੀ ਆ, ਜਾ ਕੇ ਵੀ ਆਉਂਦੇ ਆ। ਇੱਕ ਭਾਈ ਧੰਨਾ ਸਿੰਘ ਇੱਕ ਭਾਈ ਧੰਨਾ ਸਿੰਘ ਹੋਏ ਨੇ ਪਟਿਆਲਵੀ, ਉਹਨਾਂ ਦੀ ਇੱਕ ਬਹੁਤ ਕਮਾਲ ਦੀ ਆਪਣੀ 25 ਕੁ ਸਾਲ ਦੀ ਉਮਰ ਦੇ ਵਿੱਚ ਉਹਨਾਂ ਬਹੁਤ ਵੱਡੀ ਯਾਤਰਾ ਕੀਤੀ। ਗੁਰ ਤੀਰਥ ਸਾਈਕਲ ਯਾਤਰਾ ਇੱਕ ਗ੍ਰੰਥ ਪੁਸਤਕ ਵੀ ਹੈ ਉਹਨਾਂ ਦੇ ਸਫ਼ਰ ਦਾ ਪੂਰਾ। ਇਹ ਡਾਕਟਰ ਚੇਤਨ ਸਿੰਘ ਭਾਸ਼ਾ ਵਿਭਾਗ ਵਾਲੇ ਡਾਇਰੈਕਟਰ ਸਨ, ਉਹਨਾਂ ਨੇ ਇਹ ਬਣਾਈ ਸੀ ਪੂਰੀ ਦੀ ਪੂਰੀ, ਉਹਦਾ ਛਪਵਾਈ ਸੀ। ਉਹਦੇ ਵਿੱਚ ਉਹ ਸਾਈਕਲ ਦੇ ਉੱਤੇ ਬੜੀ ਥਾਂ ਥਾਂ ਗਏ। ਉਹ ਗੁਰਤੀਰਥ ਸਾਈਕਲ ਯਾਤਰਾ ਵਾਲਾ ਗੁਰਸਿੱਖ ਉਹ ਲਿਖਦਾ, ਉਹਦੀ ਤਮੰਨਾ ਸੀ ਕਿ ਮੈਂ ਉਸ ਮਾਨ ਸਰੋਵਰ ਝੀਲ 'ਤੇ ਵੀ ਜਾ ਕੇ ਆਵਾਂ ਜਿਹਦਾ ਬਾਣੀ 'ਚ ਜ਼ਿਕਰ ਮਿਲਦਾ, ਇਤਿਹਾਸ 'ਚ ਜ਼ਿਕਰ ਮਿਲਦਾ। ਕਈ ਗੁਰਸਿੱਖ ਗਏ ਵੀ, ਡਾਕਟਰ ਗੰਡਾ ਸਿੰਘ ਵਰਗੇ ਜਾਂ ਹੋਰ ਕਈ ਵਿਦਵਾਨ ਸਾਡੇ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਜਾ ਕੇ ਪ੍ਰਤੱਖ ਵੀ ਵੇਖਿਆ। ਪਹਿਲੇ ਸਮੇਂ ਵਿੱਚ ਸਾਡੇ ਵੱਲ ਦੀ ਰਸਤਾ ਸੀ ਸੌਖੇ ਚਲੇ ਜਾਈਦਾ ਸੀ, ਗੁਰੂ ਨਾਨਕ ਸਾਹਿਬ ਵੀ ਗਏ ਹਨ ਉੱਧਰ ਨੂੰ, ਪਰ ਜ਼ਿੰਦਗੀ ਵਿੱਚ ਜਿੱਥੇ ਹੋਰ ਚੀਜ਼ਾਂ ਦੀ ਸਾਨੂੰ ਖੁਆਇਸ਼ ਹੁੰਦੀ ਹੈ
ਉੱਥੇ ਚੀਜ਼ਾਂ ਜੋ ਸਾਡੇ ਸਾਹਿਤ ਨਾਲ ਜੁੜੀਆਂ ਉਹਨਾਂ ਵੱਲ ਵੀ ਸਾਡੀ ਖਿੱਚ ਹੋਣੀ ਚਾਹੀਦੀ। ਜ਼ਰੂਰ ਜ਼ਿੰਦਗੀ 'ਚ ਮੌਕਾ ਕਦੇ ਲੱਗੇ ਤੇ ਜਾਣਾ ਚਾਹੀਦਾ ਹੈ। ਮੈਂ ਵੀ ਗੁਰੂ ਪਾਤਸ਼ਾਹ ਅੱਗੇ ਬੇਨਤੀ ਕਰਾਂਗਾ ਕਦੇ ਸਬੱਬ ਬਣੇ ਤੇ ਐਸੀਆਂ ਚੀਜ਼ਾਂ ਦੇ ਦੀਦਾਰ ਹੋ ਜਾਣ ਜੋ ਸਾਡੇ ਸਾਹਿਤ ਨਾਲ ਜੁੜੀਆਂ ਹੋਈਆਂ ਹਨ। ਲਿਖਦੇ ਹਨ ਜਿਵੇਂ ਮਾਨ ਸਰੋਵਰ ਵੱਲ ਹੰਸ ਜਾਂਦੇ ਆ, ਇੱਦਾਂ ਹੀ ਗੁਰਸਿੱਖ ਹੈ ਜਿਹੜਾ ਉਹ ਵੀ ਇੱਕ ਮਾਨ ਸਰੋਵਰ ਵਿੱਚ ਹਮੇਸ਼ਾ ਹੀ ਰਹਿੰਦਾ। ਗੁਰੂ ਰੂਪੀ ਮਾਨ ਸਰੋਵਰ, ਹੰਸ ਨੂੰ ਮਾਨ ਸਰੋਵਰ ਝੀਲ 'ਤੇ ਜਾ ਕੇ ਮੋਤੀ ਮਿਲਦੇ ਆ ਅਤੇ ਗੁਰਸਿੱਖ ਨੂੰ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚ ਰਹਿ ਕੇ ਗੁਰਸ਼ਬਦ ਰੂਪੀ ਮੋਤੀ ਮਿਲਦੇ ਆ, ਮੁਕਤੀ ਦੇ ਮੋਤੀ ਮਿਲਦੇ ਹਨ। ਕਹਿੰਦੇ ਜਿਵੇਂ ਮਾਨ ਸਰੋਵਰ ਵਿੱਚੋਂ ਮੋਤੀ ਲੈਂਦੇ ਆ ਨਾ, ਭੋਜਨ ਲੈਂਦਾ ਹੈ ਜਿਹੜਾ ਹੰਸ ਹੈ, ਇੱਦਾਂ ਹੀ ਉਸ ਦੇ ਵਿੱਚੋਂ ਜਿਹੜੇ ਗੁਰੂ ਕੇ ਸਿੱਖ ਹਨ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚੋਂ ਮੁਕਤੀ ਰੂਪੀ ਮੋਤੀ ਲੈਂਦੇ ਹਨ। ਜਿਵੇਂ ਇੱਕ ਹੰਸ ਵਿੱਚ ਗੁਣ ਹੁੰਦਾ ਹੈ ਕਿ ਦੁੱਧ ਅਤੇ ਪਾਣੀ ਨੂੰ ਛਾਂਟ ਦਿੰਦਾ, ਵੱਖਰਾ ਕਰ ਦਿੰਦਾ ਹੈ, ਇੱਦਾਂ ਹੀ ਜਿਹੜਾ ਜਗਿਆਸੂ ਗੁਰਸਿੱਖ ਪਰਮਹੰਸ ਉਹਨੂੰ ਕਹੀਦਾ ਹੈ ਜਿਹੜਾ ਦੇਹ ਅਤੇ ਆਤਮਾ ਨੂੰ ਨਖੇੜ ਲਵੇ, ਵੱਖੋ ਵੱਖਰੀ ਕਰ ਲਵੇ। ਆਮ ਤੌਰ 'ਤੇ ਬੰਦਾ ਦੇਹੀ ਨੂੰ ਆਪਣਾ ਰੂਪ ਸਮਝੀ ਜਾਂਦਾ ਹੈ, ਮੈਂ ਦੇਹ ਹਾਂ, ਮੈਂ ਸਰੀਰ ਹਾਂ, ਪਰ ਕਈ ਭਾਗਾਂ ਵਾਲੇ ਹੁੰਦੇ ਉਹ ਜਾਣਦੇ ਵੀ ਇਹ ਤਾਂ ਇੱਕ ਬਾਹਰਲਾ ਪਿੰਜਰ ਹੈ, ਇਹਦੇ ਅੰਦਰ ਇੱਕ ਪੰਛੀ ਹੈ ਜਿਹਨੂੰ ਆਤਮਾ ਕਹਿੰਦੇ। ਬਾਣੀ 'ਚ ਲਿਖਿਆ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਇਹਦੀ ਵਿਚਾਰ ਕਰੋ, ਹੱਡ ਮਾਸ ਨਾੜੀਆਂ ਦੇ ਪਿੰਜਰ ਦੇ ਅੰਦਰ ਜੋ ਇੱਕ ਪੰਛੀ ਵਸਦਾ ਹੈ। ਗੁਰਮੁਖ ਹੈ ਜਿਹੜਾ ਉਸ ਆਤਮ ਸਰੂਪ ਜੋ ਆਤਮ ਤੱਤਾਂ ਦੀ ਉਦਮ ਰੱਖਦਾ ਹੈ, ਉਹ ਜਾਣਦਾ ਹੈ ਨਾ ਮੈਂ ਗਿਆਨ ਇੰਦਰੇ, ਨਾ ਮੈਂ ਕਰਮ ਇੰਦਰੇ, ਮੈਂ ਇਹਨਾਂ ਤੋਂ ਪਾਰ, ਨਾ ਮੈਂ ਬਾਹਰਲਾ ਸਰੀਰ ਹਾਂ, ਨਾ ਮੈਂ ਪੰਜ ਕੋਸ਼ ਹਾਂ, ਨਾ ਮੈਂ ਤਿੰਨੇ ਅਵਸਥਾ ਸੁਪਨ ਸੁਖੋਪਤ ਜਾਗਰਤ, ਮੈਂ ਇਹਨਾਂ ਤਿੰਨਾਂ ਤੋਂ ਪਾਰ ਜੋ ਚੌਥਾ ਹੈ ਆਤਮਾ, ਮੈਂ ਉਹ ਹਾਂ। ਕਹਿੰਦੇ ਜਿਵੇਂ ਹੰਸ ਦੁੱਧ ਨੂੰ ਅਤੇ ਕਹਿ ਲਓ ਪਾਣੀ ਨੂੰ ਵੱਖਰਾ ਕਰਦਾ ਹੈ, ਇਸੇ ਤਰੀਕੇ ਗੁਰਮੁਖ ਆਪਣੀ ਦੇਹੀ ਤੋਂ ਉੱਤੇ ਪਾਰ ਜੋ ਆਤਮਾ ਹੈ ਉਹਨੂੰ ਜਾਣਨ ਵਾਲਾ ਹੁੰਦਾ ਹੈ। ਕਹਿੰਦੇ ਉਹਨਾਂ ਦੀ ਜਿਹੜੀ ਵਿਚਾਰ ਹੈ ਨਾ ਇਹ ਹੁੰਦੀ ਹੈ, ਇਹ ਵਿਚਾਰ ਹੈ, ਇਸ ਤਰੀਕੇ ਉਹ ਰਹਿੰਦੇ ਹਨ। ਹਾਂ, ਬਿਨ ਵਿਚਾਰ ਕਿਨ ਨਹਿ ਲਖ ਲਏ। ਇਹ ਜਿਹੜੀ ਖੇਡ ਹੈ ਆਤਮਾ ਅਤੇ ਸਰੀਰ ਨੂੰ ਵੱਖੋ ਵੱਖਰਾ ਜਾਣਨਾ, ਇਹ ਵਿਚਾਰ ਬਿਨਾਂ ਨਹੀਂ ਗੱਲ ਬਣਦੀ। ਗੁਰੂ ਦੀ ਵਿਚਾਰ ਨਾਲ ਜਦੋਂ ਜੁੜਾਂਗੇ ਫਿਰ ਸਮਝ ਪੈਂਦੀ ਹੈ। ਕਹਿੰਦੇ ਤਿੰਨ ਕੋ ਪ੍ਰਿਥਮੈ ਹੋਤ ਵਿਚਾਰਾ, ਪਹਿਲਾਂ ਉਹ ਗੁਰਮੁਖ ਵਿਚਾਰ ਵਿੱਚ ਜੁੜਦੇ ਹਨ, ਗੁਰ ਸ਼ਬਦ ਦੀ ਵਿਚਾਰ ਨਾਲ। ਵਿਚਾਰ ਕੀ ਹੈ? ਵਿਚਾਰ ਇਹ ਹੈ ਵੀ ਮੈਂ ਦੇਹ ਹਾਂ, ਜੇ ਮੈਂ ਦੇਹੀ ਹੋਵਾਂ ਤੇ ਮੈਂ ਬਦਲਾਂ ਕਿਉਂ? ਮੇਰਾ ਸਰੀਰ ਤੇ ਰੋਜ਼ ਬਦਲਦਾ ਜਾਂਦਾ, ਬਚਪਨ ਵਿੱਚ ਕੁਝ ਹੋਰ ਸੀ, ਜਵਾਨੀ ਵਿੱਚ ਕੁਝ ਹੋਰ, ਰੋਜ਼ ਰੋਜ਼। ਬਾਬਾ ਫਰੀਦ ਜੀ ਕਹਿੰਦੇ ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਇਹ ਜਿਹੜੀ ਦਾੜੀ ਹੈ ਵੀ ਸੁਨੇਹਾ ਦੇ ਰਹੀ ਹੈ, ਪਹਿਲਾਂ ਹੈ ਨਹੀਂ ਸੀ, ਫਿਰ ਵਿਜਦੀ ਆ ਗਈ ਦਾੜੀ, ਫਿਰ ਕਾਲੀ ਹੋ ਗਈ, ਥੋੜ੍ਹੀ ਥੋੜ੍ਹੀ ਆਈ, ਫਿਰ ਵੱਧ ਗਈ, ਫਿਰ ਚਿੱਟੀ ਹੋ ਗਈ। ਇਹ ਮੇਰਾ ਸਰੀਰ ਬਦਲਦਾ ਜਾਂਦਾ ਰੋਜ਼ ਰੋਜ਼। ਮੈਂ ਤਾਂ ਉਹ ਹਾਂ ਜਿਹੜਾ ਬਦਲਦਾ ਨਹੀਂ, ਅੱਖਾਂ ਬੰਦ ਕੀਤਿਆਂ ਅੱਜ ਵੀ ਉਹੀ ਹਾਂ ਜੋ 20 ਸਾਲ ਪਹਿਲਾਂ ਸੀ, ਅੱਜ ਵੀ ਉਹੀ ਹਾਂ ਜੋ ਬਚਪਨ ਵਿੱਚ ਸੀ, ਜਵਾਨੀ ਵਿੱਚ ਸੀ। ਫਿਰ ਉਹ ਕੌਣ ਹੈ ਜਿਹੜਾ ਅੱਖਾਂ ਬੰਦ ਕੀਤਿਆਂ ਤੋਂ ਉਹੀ ਹੈ ਜਿਹੜਾ ਉਹ 20 ਸਾਲ ਪਹਿਲਾਂ ਨੂੰ ਵੀ ਜਿਹਨੇ ਮਾਣਿਆ, ਅੱਜ ਦੇ ਬੁਢਾਪੇ ਨੂੰ ਵੀ ਜੋ ਦੇਖ ਰਿਹਾ ਹੈ। ਫਿਰ ਗੁਰਸਿੱਖ ਜਾਣਦਾ ਹੈ ਵੀ ਇਹ ਦੇਹੀ ਤਾਂ ਪਹਿਲਾਂ ਵੀ ਨਹੀਂ ਸੀ ਇੱਦਾਂ ਦੀ ਜਿੱਦਾਂ ਦੀ ਹੋਣਾ ਹੈ, ਪਹਿਲਾਂ ਇੱਦਾਂ ਦੀ ਹੈ ਨਹੀਂ ਸੀ, ਜੋ ਹੋਣਾ ਉਹ ਕੱਲ੍ਹ ਨੂੰ ਨਹੀਂ ਰਹੇਗੀ, ਬਦਲ ਜਾਏਗੀ, ਬਦਲਣ ਵਾਲੀ ਹੈ। ਇਸ ਲਈ ਜਿਹੜੀ ਬਦਲਣ ਵਾਲੀ ਆ ਉਹ ਤਾਂ ਮੈਂ ਨਹੀਂ ਹੋ ਸਕਦਾ, ਨਾ ਪਹਿਲਾਂ ਸੀ ਮੇਰੇ ਕੋਲ, ਨਾ ਫੇਰ ਰਹਿਣੀ ਆਉਣ ਵਾਲੇ ਸਮੇਂ ਵਿੱਚ, ਛੱਡ ਕੇ ਜਾਣਾ ਪਏਗਾ। ਵਿਚਕਾਰ ਜੀ ਆਹੀ ਸਮਾਂ, ਜਦੋਂ ਇਹ ਸਰੀਰ ਨਹੀਂ ਸੀ ਉਦੋਂ ਵੀ ਤਾਂ ਆਪਾਂ ਸੀ, ਉਦੋਂ ਵੀ ਹਸਤੀ ਸੀ। ਜਿੱਦਣ ਆ ਸਰੀਰ ਛੱਡ ਜਾਵਾਂਗੇ, ਸਰੀਰ ਪਿਆ ਰਹੂਗਾ, ਉਦਣ ਵੀ ਚੱਲ ਜਾਂਗੇ। ਅਸੀਂ ਕਹਿੰਦੇ ਜੀ
ਗੁਜ਼ਰ ਗਿਆ ਜੀ ਉਹ ਤੇ ਚੱਲ ਵਸਿਆ ਜੀ। ਕਿੱਧਰ ਚੱਲ ਗਿਆ ਬਈ? ਬਾਣੀ ਕਹਿੰਦੀ ਆ ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ, ਇਹ ਤਾਂ ਚਲਤ ਭਇਆ, ਇਹ ਤਾਂ ਚੱਲਿਆ, ਅੱਗੇ ਵੱਧ ਗਿਆ। ਜਿਹੜਾ ਤਤਵੇਤਾ ਹੈ ਜਾਂ ਪਰਮਹੰਸ ਗੁਰਸਿੱਖ ਹੈ, ਉਸ ਚੀਜ਼ ਨੂੰ ਜਾਣਦਾ ਵੀ ਇਹ ਵੀ ਇੱਕ ਪੌੜੀ ਹੈ ਸਰੀਰ, ਇਹ ਤੋਂ ਅੱਗੇ ਵਧਿਆ ਆਤਮਾ ਕਿਸੇ ਹੋਰ ਦੇਸ਼ ਵਿੱਚ ਚਲਾ ਗਿਆ। ਅਤੇ ਮਹਾਂਪੁਰਸ਼ ਹਨ ਜਿਹੜੇ ਤਤਵੇਤੇ ਗੁਰਸਿੱਖ, ਉਹ ਉਸ ਨੂੰ ਜਾਣਦੇ ਹਨ ਜੋ ਇਸ ਦੇਹੀ ਵਿੱਚ ਵਸਦਾ ਹੈ। ਇਹ ਦੇਹ ਤੇ ਜੜ ਹੈ, ਇਹਦੀ ਤੇ ਕੋਈ ਤਾਕਤ ਨਹੀਂ ਕਿ ਆਪਣੇ ਆਪ ਕੋਈ ਕਿਰਿਆ ਕਰ ਲਵੇ। ਪਿਆ ਹੀ ਹੁੰਦਾ ਕੋਲ, ਧੀ ਰੋ ਰੋ ਕੇ ਆਪਣੇ ਹਾਲ ਮੰਦੜੇ ਕਰ ਲੈਂਦੀ ਹੈ, ਬਾਪੂ ਬਾਪੂ ਕਹਿੰਦੀ ਹੈ, ਕੋਲ ਪਈਆ ਪਿਆ ਤੇਰੇ ਸਰੀਰ, ਇਹਨੂੰ ਇਹ ਬਾਪੂ ਕਹਿੰਦੀ ਸੀ, ਇਹਦੇ ਮੋਢਿਆਂ 'ਤੇ ਹੀ ਝੂਟੇ ਲਏ ਤੂੰ, ਇਸੇ ਨੂੰ ਆਪਣੇ ਦੁੱਖ ਸੁੱਖ ਦੱਸਦੀ ਸੀ। ਪਰ ਰੋਈ ਜਾਂਦੀ ਆ, ਚੱਲ ਗਿਆ ਬਾਪੂ, ਕਿੱਥੇ ਛੱਡ ਗਿਆ ਮੈਨੂੰ? ਉਹ ਕੌਣ ਹੈ ਜਿਹੜਾ ਤੈਨੂੰ ਛੱਡ ਗਿਆ? ਜਿਹਨੂੰ ਤੂੰ ਬਾਪੂ ਕਹਿੰਦੀ ਸੀ, ਜਿਹਦੀ ਫੋਟੋ ਦੇਖਦੀ ਸੀ, ਉਹ ਤਾਂ ਕੋਲ ਪਿਆ। ਇਹ ਤੇਰੇ ਸਿਰ 'ਤੇ ਹੱਥ ਰੱਖ ਕੇ ਅੱਜ ਕਿਉਂ ਨਹੀਂ ਕਹਿੰਦਾ, ਪੁੱਤ ਫਿਕਰ ਨਾ ਕਰੀ, ਜਿੰਨਾ ਚਿਰ ਮੇਰੇ ਸਰੀਰ 'ਚ ਸਾਹ ਨੇ ਮੈਂ ਤੇਰੇ ਨਾਲ ਖੜਿਆ, ਭਾਵੇਂ ਪੂਰੀ ਦੁਨੀਆ ਤੇਰੇ ਉਲਟ ਹੋ ਜੇ। ਬਾਪੂ ਤਾਂ ਇੱਦਾਂ ਹੀ ਕਹਿੰਦਾ ਹੁੰਦਾ ਸੀ। ਉਹ ਤੇ ਆ ਖੜਾ ਜਿਹੜਾ ਕਹਿੰਦਾ ਸੀ ਮੈਂ ਤੇਰੇ ਨਾਲ ਹਾਂ। ਫਿਰ ਚਲਾ ਕੌਣ ਗਿਆ? ਕੌਣ ਹੈ ਜਿਹੜਾ ਉਡਾਰੀ ਮਾਰ ਗਿਆ, ਜਿਹਨੂੰ ਯਾਦ ਕਰਦਾ? ਗੁਰਮੁਖ ਜਨ ਇਸ ਚੀਜ਼ ਨੂੰ ਜਾਣਨ ਦਾ ਯਤਨ ਕਰਦੇ ਆ। ਉਹ ਕੌਣ ਹੈ ਜਿਹੜਾ ਸਰੀਰ ਨੂੰ ਛੱਡ ਕੇ ਅਗਲੇ ਰਾਹ ਚਲਾ ਗਿਆ? ਉਹ ਕਿਹੜਾ ਯੋਗੀ ਹੈ ਇਹਦੇ ਅੰਦਰ ਵਸਦਾ? ਫਿਰ ਉਹ ਸਮਝਦੇ ਸਰੀਰ ਤੇ ਬਸ ਵਿਚਾਰਾ ਸਾਧਨ ਹੈ, ਡਰਾਈਵਰ ਤਾਂ ਕੋਈ ਹੋਰ ਹੀ ਸੀ। ਇਹ ਤੇ ਦੁੱਖ ਰੂਪ ਹੈ ਸਰੀਰ ਤੇ। ਇਹਦੇ ਅੰਦਰ ਜੋ ਵਸਦੀ ਹੈ ਉਹ ਆਤਮਾ ਹੈ। ਇਹ ਆਤਮ ਵਿਚਾਰ ਹੈ। ਅੱਜ ਵਾਲੀ ਥੋੜ੍ਹੀ ਜਿਹੀ ਇੱਕ ਗੱਲ ਯਾਦ ਰੱਖ ਲਿਓ, ਜਿਹੜੀ ਗੱਲ ਤੁਹਾਡੇ ਸਮਝ 'ਚ ਆ ਜੇ ਨਾ ਵਿਚਾਰ ਕਥਾ ਦੀ, ਆਨੰਦ ਆਉਂਦਾ ਤੁਹਾਨੂੰ ਉਦਣ, ਉਹ ਤਾਂ ਵਧੀਆ ਹੁੰਦੀ ਉਹ ਹੈ। ਜਿਹੜੀ ਤੁਹਾਨੂੰ ਸਮਝ ਨਾ ਆਵੇ ਨਾ, ਸਮਝ ਉਦੋਂ ਵੀ ਜ਼ਿਆਦਾ ਵਧੀਆ ਜਿਹੜੀ ਸਾਨੂੰ ਸਮਝ ਨਹੀਂ ਆਈ। ਜਿਹੜੀਆਂ ਸਾਨੂੰ ਸਮਝ ਆਉਂਦੀ, ਆਨੰਦ ਆਉਂਦਾ ਨਾ। ਕਦੇ ਕਦਾਈ ਇੱਦਾਂ ਸਬੱਬ ਬਣਦਾ ਹੈ ਇਤਿਹਾਸ ਵਿੱਚ ਆਉਂਦਿਆਂ ਆਉਂਦਿਆਂ, ਕਈ ਗੱਲਾਂ ਸਾਨੂੰ ਸਮਝ ਨਹੀਂ ਪੈਂਦੀਆਂ। ਮੂੰਹ ਨਾ ਮੋੜਿਓ, ਉਹਨੂੰ ਯਤਨ ਕਰਿਓ ਜਾਣਨ ਦਾ ਵੀ ਕੀ ਸੀ ਉਸ ਲਫ਼ਜ਼, ਕੀ ਸੀ, ਗੱਲਾਂ ਕੀ ਸਨ, ਉਹ ਕਿਹੜੀ ਗੱਲ ਸੀ। ਜਿੱਦਣ ਤੁਹਾਨੂੰ ਉਹਦੀ ਸਮਝ ਲੱਗੂਗੀ ਉਸ ਦਿਨ ਸਮਝ ਆਏਗੀ। ਜਿੱਦਣ ਉਸ ਦਿਨ ਕਹੋਗੇ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਸਵਾਦ ਚੀਜ਼ ਸੀ, ਆਨੰਦਦਾਇਕ ਸੀ ਵਿਚਾਰ, ਜਿਹੜੀ ਮੈਨੂੰ ਉਸ ਦਿਨ ਸਮਝ ਨਹੀਂ ਸੀ ਪੈਂਦੀ। ਇਸ ਲਈ ਇਹ ਆਤਮ ਵਿਚਾਰ ਹੈ। ਇਹਦੇ ਵਿੱਚ ਕਹਿ ਲਓ ਕਿ ਆਪਸੀ ਡਾਇਲੌਗ ਘੱਟ ਨੇ, ਇੱਕ ਦੂਜੇ ਦੇ ਨਾਲ ਗੱਲਬਾਤ ਘੱਟ ਹੈ। ਅੰਦਰ ਦੀ ਉਹ ਵਿਚਾਰ ਹੈ ਨਿਰੇ। ਕਹਿੰਦੇ ਆਤਮਾ ਕੀ ਹੈ, ਇਹਦੀ ਵਿਚਾਰ ਕਰਨੀ ਪਹਿਲਾਂ ਵੀ ਸੀ। ਕਈ ਸਰੀਰ ਧਾਰ ਕੇ ਆਇਆ, ਕਿੰਨੇ ਰੂਪਾਂ ਵਿੱਚ ਦੀ ਲੰਘ ਕੇ ਆਇਆ ਹੈ, ਹੁਣ ਵੀ ਹੈ। ਉਹ ਤਾਂ ਕਿਤੇ ਨਾ ਕਿਸੇ ਹੋਰ ਰੂਪ 'ਚ ਚਲਾ ਗਿਆ, ਕਿਸੇ ਹੋਰ ਦੇਸ਼ ਵਿੱਚ ਚਲਾ ਗਿਆ, ਅੱਗੇ ਨੂੰ ਵੀ ਰਹੇਗਾ। ਆਤਮਾ ਤਾਂ ਹੈ ਸਾਰ। ਇਸ ਕਰਕੇ ਗੁਰੂ ਕਾ ਸਿੱਖ ਆਤਮਾ ਨੂੰ ਸੱਚ ਵਸਤੂ ਜਾਣਦਾ ਹੈ। ਆਤਮਾ ਨੂੰ ਜਾਣਦਾ ਹੈ ਕਿ ਆਤਮਾ ਕੀ ਹੈ, ਜਿਹਨੂੰ ਬਾਣੀ 'ਚ ਲਿਖਿਆ ਆਤਮੰ ਸ਼੍ਰੀ ਵਾਸੁਦੇਵਸ, ਜੇ ਕੋਈ ਜਾਣਸ ਭਿਓ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦਿਓ। ਆਤਮਾ ਪ੍ਰਮਾਤਮਾ ਹੈ, ਆਤਮਾ ਸ਼੍ਰੀ ਵਾਸੁਦੇਵਸ, ਪਰ ਭੇਦ ਨਹੀਂ ਲੱਭਿਆ ਹਜੇ। ਜਿੱਦਣ ਜਾਣ ਲਿਆ ਕਹਿੰਦੇ ਜੇ ਕੋ ਜਾਣ ਸਭਿਓ, ਨਾਨਕ ਤਾਕੋ ਦਾਸ ਹੈ। ਫਿਰ ਉੱਥੇ ਕਿਹੜਾ ਦਾਸ? ਸੋਈ ਨਿਰੰਜਨ ਦਿਓ। ਕਹਿੰਦੇ ਉਹ ਤਾਂ ਪਰਮਾਤਮਾ ਦਾ ਹੀ ਰੂਪ ਹੋ ਗਿਆ, ਮੈਂ ਤਾਂ ਉਹਦਾ ਦਾਸ ਹਾਂ। ਏਕ ਕ੍ਰਿਸ਼ਨੰਤ ਸਰਬ ਦੇਵਾ, ਦੇਵ ਦੇਵਾ ਤਾ ਆਤਮਾ। ਪਰਮਾਤਮਾ ਆਤਮਾ ਇੱਕੋ ਹੀ ਹੈ। ਆਤਮਾ ਪ੍ਰਾਤਮਾ ਇੱਕੋ ਕਰੈ। ਪਰ ਇਹ ਹੁੰਦਾ ਕਦੋਂ ਹੈ? ਗੁਰ ਪ੍ਰਸਾਦ। ਗੁਰੂ ਜਦੋਂ ਸਿਰ 'ਤੇ ਹੱਥ ਰੱਖਦਾ ਹੈ, ਪੂਰਨ ਕਿਰਪਾ ਕਰਦਾ ਹੈ।
ਗੁਰਸਿੱਖ ਹੈ ਜਿਹੜਾ ਆਤਮਾ ਨੂੰ ਚੇਤਨ ਜਾਣਦਾ, ਸਦਾ ਰਹਿਣ ਵਾਲੇ, ਜਿਹਦੇ ਸੰਬੰਧ ਕਰਕੇ ਤਨ ਵੀ ਚੇਤਨ ਹੈ। ਉਹਦੇ ਸੰਬੰਧ ਕਰਕੇ, ਜਿਵੇਂ ਸ਼ੀਸ਼ਾ ਜੜ ਹੁੰਦਾ ਹੈ, ਉਹਦੇ ਅੰਦਰ, ਸ਼ੀਸ਼ੇ ਦੇ ਅੰਦਰ ਸਾਡੀ ਫੋਟੋ ਪੈਂਦੀ ਹੈ, ਸਾਡਾ ਪਰਛਾਵਾਂ ਦਿਖਦਾ। ਪਰਛਾਵਾਂ ਤਾਂ ਨਹੀਂ ਚੇਤਨ ਹੁੰਦਾ, ਪਰ ਅਸੀਂ ਉਹਦੇ, ਸਾਡੇ ਸੰਬੰਧ ਕਰਕੇ ਸ਼ੀਸ਼ੇ 'ਚ ਪਰਛਾਵੇਂ ਨਾਲ ਸਾਡਾ ਸੰਬੰਧ ਹੈ, ਤਾਂ ਕਰਕੇ ਪਰਛਾਵਾਂ ਤੁਰਦਾ ਫਿਰਦਾ ਨਜ਼ਰ ਆਉਂਦਾ। ਨਹੀਂ, ਪਰਛਾਵਾਂ ਤੇ ਜੜ ਹੈ ਵਿਚਾਰਾ। ਤਸਵੀਰ ਦੀ ਕੀ ਤਾਕਤ ਹੈ? ਜਿਵੇਂ ਕੋਈ ਬੰਦਾ ਤਸਵੀਰ ਚੁੱਕੀ ਜਾਵੇ, ਤਸਵੀਰ ਤੇ ਜੜ ਹੈ, ਜਿਹਨੇ ਚੁੱਕੀ ਹੋਈ ਆ ਉਹਦੇ ਕਰਕੇ ਤੁਰੀ ਫਿਰਦੀ ਹੈ। ਇੱਦਾਂ ਇਹ ਸਰੀਰ ਤੇ ਜੜ ਹੈ, ਇਹਦੇ ਅੰਦਰ ਵਸਣ ਵਾਲਾ ਆਤਮਾ ਚੇਤਨ ਸਾਖਸ਼ੀ ਮੰਨਿਆ ਹੈ। ਮਹਾਰਾਜ ਕਹਿੰਦੇ ਭਾਈ, ਜਿਹੜੀਆਂ ਅੱਖਾਂ ਇਤਿਆਦਿਕ ਇੰਦਰੀ ਜਿਹੜੇ ਕਿਰਿਆ ਕਰਦੇ ਆ ਨਾ, ਅੱਖਾਂ ਆਪਾਂ ਹਿਲਾਉਂਦੇ ਹਾਂ, ਹੱਥ ਪੈਰ ਹਿਲਾਉਂਦੇ ਹਾਂ, ਜਿੱਦਣ ਉਹ ਆਤਮਾ ਨਿਕਲ ਗਈ ਉਦਣ ਤਾਕਤ ਨਹੀਂ ਰਹਿਣੀ ਹੱਥ ਹਿਲਾਉਣ ਦੀ, ਪੈਰ ਹਿਲਾਉਣ ਦੀ। ਆਪਣੇ ਪਿਆਰੇ ਤੋਂ ਪਿਆਰੇ ਸਾਥੀ ਆਵਾਜ਼ਾਂ ਮਾਰਨਗੇ, ਰੋ ਰਹੇ ਹੋਣਗੇ, ਉਹ ਨਹੀਂ ਕਹਿ ਸਕਦੇ ਚੁੱਪ ਕਰ ਜਾਓ, ਕੀ ਹੋ ਗਿਆ, ਚਿੰਤਾ ਕਾਹਤੋਂ ਕਰਦੇ? ਨਾ, ਹੁਣ ਹੈ ਹੀ ਨਹੀਂ ਤਾਕਤ ਇਹਦੇ ਵਿੱਚ ਕਹਿਣ ਦੀ। ਆਤਮਾ ਦਾ ਅੰਤ ਨਹੀਂ ਹੈ, ਆਤਮਾ ਅਨੰਤ ਪਰਮਾਤਮਾ ਦਾ ਹੀ ਰੂਪ ਹੈ। ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਪਰਖਤ ਭਲੇ ਸਦਾ, ਭਲੇ ਪੁਰਸ਼ ਜਾਣ ਲੈਂਦੇ ਵੀ ਸਦੀਵੀ ਆ ਉਹ, ਉਹਦੇ ਵਿੱਚ ਕੋਈ ਦੁਆਇਸ਼ ਨਹੀਂ, ਕੋਈ ਦਵੰਦਵਾਦ ਨਹੀਂ, ਇੱਕ ਹੈ ਜਿਹੜਾ, ਉਹ ਆਤਮਾ ਦੇ ਅੰਦਰ ਹੀ ਵਸਿਆ ਹੋਇਆ, ਆਤਮਾ ਦਾ ਹੀ ਰੂਪ ਹੈ ਬਈ। ਆਮ ਇਨਸਾਨ ਵਿਸ਼ਿਆਂ ਨੂੰ ਇਹ ਸਭ ਕੁਝ ਜਾਣੀ ਜਾਂਦਾ ਹੈ, ਵਿਸ਼ਿਆਂ ਦੇ ਸੁੱਖ ਨੂੰ ਇਹ ਆਨੰਦ ਸਮਝਦਾ ਹੈ। ਅਗਿਆਨੀ ਬੰਦਾ ਇਹ ਨਹੀਂ ਜਾਣਦਾ ਕਿ ਇਹ ਜੋ ਵਿਸ਼ੇ ਨੇ ਜਾਂ ਸਰੀਰ ਹੈ, ਦੇਹੀ ਹੈ, ਇਹ ਮੇਰਾ ਰੂਪ ਥੋੜ੍ਹਾ ਹੈ। ਅਗਿਆਨੀ ਉਹਨਾਂ ਸਮਾਂ, ਜਿੰਨਾ ਸਮਾਂ ਦੇਹੀ ਨੂੰ, ਵਿਸ਼ੇ ਸੁੱਖਾਂ ਨੂੰ ਆਪਣਾ ਸਰੀਰ ਸੁੱਖ ਸਮਝਦਾ, ਉਹਨਾਂ ਸਮਾਂ ਅਗਿਆਨੀ ਜਾਣੋ। ਪਰਮਹੰਸ ਦਾ ਰੂਪ ਦੱਸ ਰਹੇ ਆ। ਪਰਮਹੰਸ ਕੀ ਹੁੰਦਾ ਹੈ? ਉਹ ਤੇ ਆਪਣੇ ਆਤਮਾ ਜੋ ਸਤ ਹੈ, ਚੇਤਨ ਹੈ, ਜੋ ਆਨੰਦ ਰੂਪ ਹੈ, ਅਸਲ ਰੂਪ ਵਿੱਚ ਆਤਮਾ ਨੂੰ, ਉਹ ਤੇ ਆਤਮਾ ਹੀ ਆ, ਸਤ ਚਿਤ ਆਨੰਦ। ਉਹ ਆਤਮਾ ਨੂੰ ਸਰੀਰ ਤੋਂ ਪਰੇ ਜਾਣ ਲੈਂਦਾ ਵੀ ਉਹ ਹੈ ਅਸਲ ਤੱਤਵ ਇਸ ਸਰੀਰ ਵਿੱਚ ਵਸਦਾ। ਉਦਾਹਰਨ ਦੇ ਰਹੇ, ਉਦਾਹਰਨ ਨਾਲ ਤਾਂ ਕਿ ਗੱਲ ਸੌਖੀ ਸਮਝ ਜਾਵੇ, ਸਮਝ ਆ ਜਾਏ। ਕਿਵੇਂ? ਕਹਿੰਦੇ ਜਿਵੇਂ ਇੱਕ ਘਰ ਹੁੰਦਾ, ਘਰ ਦੇ ਵਿੱਚ ਕੋਈ ਬੰਦਾ ਵਸਦਾ ਹੁੰਦਾ ਹੈ, ਉਹ ਘਰ ਨੂੰ ਆਪਣਾ ਰੂਪ ਸਮਝੀ ਜਾਵੇ, ਆ ਮੇਰਾ ਰੂਪ ਹੈ ਘਰ। ਘਰ ਤਾਂ ਨਹੀਂ ਉਹਦਾ ਰੂਪ ਹੁੰਦਾ, ਘਰ ਨੂੰ ਤੇ ਜਦੋਂ ਜੀ ਕਰਨਾ ਛੱਡ ਕੇ ਜਾਣਾ ਹੀ ਹੈ, ਛੱਡ ਕੇ ਚਲਾ ਜਾਊ। ਅਸਲੀ ਰੂਪ ਉਹਦਾ ਕੋਈ ਹੋਰ ਹੈ। ਕਈ ਵਾਰ ਬੰਦਾ ਆਪਣੇ ਘਰ ਨੂੰ ਆਪਣਾ ਰੂਪ ਸਮਝਦਾ ਹੈ, ਕਈ ਵਾਰ ਆਪਣੇ ਅਹੁਦੇ ਨੂੰ ਆਪਣਾ ਆਪਾ ਸਮਝਦਾ, ਮੈਂ ਫਲਾਣਾ ਠੇਕੇਦਾਰ ਹਾਂ, ਮੈਂ ਅਫਸਰ ਹਾਂ, ਮੈਂ ਅਹੁਦੇਦਾਰ ਹਾਂ, ਮੈਂ ਮੰਤਰੀ ਹਾਂ, ਸੰਤਰੀ ਹਾਂ, ਪਤਾ ਨਹੀਂ ਕੀ ਕੁਛ ਲਾਈ ਫਿਰਦਾ ਆਪਣੇ ਨਾਲ ਵਿਸ਼ੇਸ਼ਣ। ਵਿਸ਼ੇਸ਼ਣ ਹੁੰਦੇ ਜਿਹੜੇ ਵਿਸ਼ੇਸ਼ਤਾ ਜਤਾਵੇ, ਪਰ ਇਹ ਤੇ ਉਪਾਧੀਆਂ ਸਭ ਸਰੀਰ ਦੀਆਂ ਨੇ। ਰੂਪ ਬਦਲ ਕੇ ਆ ਜਾ, ਹੋਰ ਸਰੀਰ ਵਿੱਚ ਆ ਜਾ, ਕੋਈ ਨਹੀਂ ਜਾਣਦਾ ਤੈਨੂੰ। ਇਸ ਲਈ ਤੂੰ ਤਾਂ ਉਹ ਹੈ ਜੋ ਸਰੀਰਾਂ ਤੋਂ ਪਾਰ ਹੈ। ਕਹਿੰਦੇ ਤਨ ਦੀ ਹੰਗਤਾ ਨੂੰ, ਤਨ ਦੇ ਹੰਕਾਰ ਨੂੰ ਨਿਰਣੇ ਕਰਕੇ ਕੱਟਣਾ ਹੈ ਵੀ ਮੈਂ ਸਰੀਰ ਨਹੀਂ ਹਾਂ। ਮਹਾਰਾਜ ਕਹਿੰਦੇ ਜਿਵੇਂ ਘਰ ਤੋਂ ਆਪਣੇ ਆਪ ਨੂੰ ਵੱਖਰਾ ਸਮਝਦੇ, ਘਰ ਤਾਂ ਨਹੀਂ ਆਪਣਾ ਰੂਪ ਹੁੰਦਾ, ਘਰ 'ਚ ਤੇ ਰਹਿੰਦੇ ਆ। ਘਰ ਜਿੰਨਾ ਮਰਜ਼ੀ ਸੋਹਣਾ ਹੋਵੇ, ਜੋ ਮਰਜ਼ੀ ਹੋਵੇ, ਕਿੱਦਾਂ ਮਰਜ਼ੀ ਦਾ ਰੰਗ ਕੀਤਾ ਹੋਵੇ, ਠੀਕ ਹੈ, ਘਰ ਦਾ ਪਹਿਚਾਣ ਹੈ ਘਰ ਦੀ ਬਾਹਰੋਂ, ਪਰ ਘਰ ਦਾ ਮਾਲਕ ਘਰ ਦੇ ਅੰਦਰ ਹੁੰਦਾ, ਘਰ ਮਾਲਕ ਨਹੀਂ ਹੁੰਦਾ। ਘਰ ਦਾ ਰੰਗ ਹੈ, ਕਿਸੇ ਦਾ ਚਿੱਟਾ ਹੈ, ਕਿਸੇ ਦਾ ਕੋਈ ਹੋਰ ਰੰਗ ਹੈ, ਕਿਸੇ ਦਾ ਕੋਈ ਕੀਤਾ ਹੈ। ਇਸੇ ਤਰੀਕੇ ਆ ਘਰ ਹੈ, ਸਰੀਰ ਇੱਕ ਘਰ ਹੈ,
ਇਸ ਘਰ ਦੇ ਅੰਦਰ ਇੱਕ ਹੋਰ ਹੈ। ਕਹਿੰਦੇ ਜਿਵੇਂ ਸਰੀਰ ਆ ਰਿਓ, ਇਹ ਜਿੰਦ, ਇਹ ਸਰੀਰ ਹੈ ਜਿਹੜਾ ਇਹਦੇ ਨਾਲ ਨਹੀਂ ਜੁੜੀ ਹੋਈ। ਜਿੱਦਣ ਇਹ ਰਹਿਣ ਦੇ ਯੋਗ ਨਾ ਰਿਹਾ, ਜਿਵੇਂ ਕੱਪੜਾ ਪਹਿਨਣ ਦੇ ਯੋਗ ਜਦੋਂ ਨਾ ਰਹੇ, ਫਿਰ ਉਹਨੂੰ ਸੁੱਟ ਦਿੱਤਾ ਜਾਂਦਾ। ਇੱਦਾਂ ਹੀ ਜਦੋਂ ਸਰੀਰ ਕਮਜ਼ੋਰ ਹੋ ਗਿਆ, ਜੀਰਨ ਹੋ ਗਿਆ, ਉਸ ਦਿਨ ਆਤਮਾ ਹੈ ਜਿਹੜੀ ਉਹ ਫਿਰ ਇਹਨੂੰ ਛੱਡ ਕੇ ਚਲੀ ਜਾਂਦੀ ਹੈ। ਤਨ ਤੇ ਆਤਮਾ ਜੁੜੇ ਇੱਕ ਦੂਜੇ ਨਾਲ ਇਉਂ ਹੋਏ ਨੇ ਕਿ ਛੇਤੀ ਪਹਿਚਾਣ ਨਹੀਂ ਹੁੰਦੀ। ਜਿਵੇਂ ਦੁੱਧ 'ਚ ਪਾਣੀ ਮਿਲਾ ਦਿਓ, ਪਤਾ ਨਹੀਂ ਨਾ ਲੱਗਦਾ, ਫਿਰ ਮਸ਼ੀਨ ਪਤਾ ਲਾਉਂਦੀ ਹੈ। ਜਾਂ ਉਹਦਾ ਪਨੀਰ ਜਮਾ ਲਓ, ਪਾਣੀ ਫਿਰ ਵੱਖਰਾ ਰਹਿ ਜਾਂਦਾ, ਦੁੱਧ ਵੱਖਰਾ। ਜਾਂ ਜਿਵੇਂ ਹੰਸ ਹੁੰਦਾ, ਹੰਸ ਦੀ ਚੁੰਝ ਦੇ ਅੱਗੇ ਖਟਾਸ ਲੱਗੀ ਹੁੰਦੀ ਹੈ, ਪਾਣੀ ਵਿੱਚ ਚੁੰਝ ਮਾਰਦਾ ਹੈ, ਦੁੱਧ ਵੱਖਰਾ, ਪਾਣੀ ਵੱਖਰਾ। ਇੱਦਾਂ ਦੁੱਧ ਵਿੱਚ ਜਦੋਂ ਚੁੰਝ ਮਾਰਦਾ ਹੈ, ਫਿਰ ਪਨੀਰ ਖਾ ਲੈਂਦਾ ਹੈ ਅਤੇ ਪਾਣੀ ਨੂੰ ਛੱਡ ਦਿੰਦਾ ਹੈ। ਇੱਦਾਂ ਹੀ ਜਿਹੜਾ ਇਨਸਾਨ ਇਸ ਗੱਲ ਦੀ ਵਿਚਾਰ ਕਰ ਲਵੇ ਵੀ ਸਰੀਰ ਤੇ ਨਾਸ਼ਵੰਤ ਹੈ, ਇੰਦਰੀਆ ਜਿਹੜੇ ਨਾਸ਼ਵੰਤ ਹਨ, ਪ੍ਰਾਣ ਹੈ ਜਿਹੜਾ ਸਦਾ ਨਿਭਣ ਵਾਲੇ ਨਹੀਂ, ਆਤਮਾ ਇਹਨਾਂ ਤੋਂ ਪਰੇ ਹੈ, ਉਹੀ ਪਰਮਹੰਸ ਉਹਨੂੰ ਕਹਿੰਦੇ ਹਨ। ਬੋਲੋ ਸਤਿ ਸ਼੍ਰੀ ਵਾਹਿਗੁਰੂ। ਉਹੀ ਬ੍ਰਹਮ ਗਿਆਨੀ ਹੈ, ਉਹੀ ਤਤਵੇਤਾ ਹੈ। ਜਿਹੜਾ ਇਸ ਮਾਰਗ 'ਤੇ ਚੱਲਿਆ ਉਹ ਅਭਿਆਸੀ ਜਗਿਆਸੂ ਹੈ। ਜਿਹਨੇ ਇਸ ਅਵਸਥਾ ਨੂੰ ਪਾ ਲਿਆ, ਪਰਮਹੰਸ ਹੋ ਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਉਹਨੂੰ ਪਰਮਹੰਸ ਕਿਹਾ ਜਾਂਦਾ ਹੈ। ਕਹਿੰਦੇ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦਾ ਹੈ ਐਸਾ ਗੁਰਮੁਖ। ਕਹਿੰਦੇ ਜਦੋਂ ਅਕਲ ਆ ਜਾਂਦੀ, ਸਰੀਰ ਤੋਂ ਪਰੇ ਹੋ ਜਾਂਦੀ ਹੈ ਵੀ ਮੈਂ ਸਰੀਰ ਨਹੀਂ, ਜਦੋਂ ਇਹ ਮਤ ਬੁੱਧੀ ਦ੍ਰਿੜ ਹੋ ਜਾਏ, ਜਾਣੀ ਜਿਹੜਾ ਬ੍ਰਹਮ ਗਿਆਨ ਹੈ ਦ੍ਰਿੜ ਬ੍ਰਹਮ ਗਿਆਨ ਹੋ ਜਾਏ। ਇੱਕ ਹੁੰਦਾ ਅਦ੍ਰਿੜ, ਗੱਲਾਂ ਬਾਤੀ ਜਾਣ ਲਿਆ, ਪਤਾ ਲੱਗ ਗਿਆ ਵੀ ਮੈਂ ਹੈ ਨਹੀਂ, ਮੈਂ ਸਰੀਰ ਨਹੀਂ ਆ, ਮੈਂ ਵੱਖਰਾ, ਉੱਦਾਂ ਪਤਾ ਲੱਗ ਗਿਆ, ਪਰ ਸਰੀਰ ਨੂੰ ਆਪਣਾ ਰੂਪ ਸਮਝੀ ਜਾਣਾ, ਜਦੋਂ ਕਿਤੇ ਲੋੜ ਪੈਣੀ ਉਦੋਂ ਸਰੀਰ ਦੇ ਵਿੱਚ ਹੀ ਲੱਗੇ ਰਹਿਣਾ। ਪਰ ਹਰ ਹਾਲਤ ਵਿੱਚ ਜਦੋਂ ਇਹ ਤੋਂ ਵੱਖਰਾ ਆਪਣੇ ਆਪ ਨੂੰ ਵੇਖਣ ਲੱਗ ਜਾਏ, ਫਿਰ ਖੁਸ਼ੀ, ਗਮੀ, ਦੁੱਖ, ਸੁੱਖ, ਵਿਆਹ ਸ਼ਾਦੀ, ਲੜਾਈ ਝਗੜਾ, ਸਭ ਸਾਰਿਆਂ ਦੇ ਵਿੱਚ ਆਪਣੇ ਤੋਂ ਸਰੀਰ ਤੋਂ ਪਾਰ ਆਪਣੇ ਆਪ ਨੂੰ, ਆਤਮਾ ਨੂੰ ਵੇਖਣਾ, ਇਹ ਵੱਡੀ ਗੱਲ ਹੈ। ਫਿਰ ਇੰਦਰੀਆਂ ਦੇ ਰਸਾਂ ਦੇ ਲਈ ਪਾਪ ਨਾ ਕਰੇ, ਇੰਦਰੀਆਂ ਨੂੰ ਸੁੱਖ ਦੇਣ ਵਾਸਤੇ ਪਾਪਾਂ ਤੋਂ ਬਚੇ। ਜਿਵੇਂ ਪਾਣੀ ਦੇ ਵਿੱਚ ਕਵਲ ਦਾ ਫੁੱਲ ਰਹਿੰਦਾ ਜੀ, ਪਾਣੀ 'ਚ ਰਹਿੰਦਾ ਪਰ ਨਿਰਲੇਪ ਰਹਿੰਦਾ, ਭਿੱਜਦਾ ਨਹੀਂ ਹੈ। ਕਹਿੰਦੇ ਲਿਪ ਹੈ ਨਾ ਕਿਮ ਹੋਏ ਬ੍ਰਿੰਦ ਵਿਖੇਪੋ। ਕਿਵੇਂ ਜੋ ਕਹਿੰਦੇ ਜੋ ਮਰਜ਼ੀ ਹੋ ਜਾਵੇ, ਪਾਣੀ ਦੇ ਨਾਲ ਜੁੜਦਾ ਨਹੀਂ। ਪਾਣੀ, ਕਮਲ ਦਾ ਫੁੱਲ ਬਾਹਰ ਕੱਢ ਲਓ, ਇੱਕ ਵੀ ਬੂੰਦ ਪਾਣੀ ਦੇ, ਕਮਲ ਦੇ ਫੁੱਲ ਦੇ ਉੱਤੇ ਨਹੀਂ ਹੁੰਦੀ। ਪਾਣੀ 'ਚ ਡੁਬੋ ਦਿਓ, ਪਾਣੀ 'ਚੋਂ ਕੱਢੋਗੇ ਐਂ ਵੱਖਰਾ ਹੋਏਗਾ, ਜਿਵੇਂ ਲੈਮੀਨੇਸ਼ਨ ਕੀਤਾ ਹੁੰਦਾ। ਇਸ ਤਰੀਕੇ ਇਹ ਦੁਨੀਆ ਦੇ ਸੁੱਖਾਂ ਨੂੰ, ਦੁਨੀਆ ਦੇ ਕਾਰ ਵਿਹਾਰਾਂ ਨੂੰ ਆਤਮਾ ਤੋਂ ਵੱਖਰਾ ਜਾਣਨਾ ਹੈ। ਕਹਿੰਦੇ ਸੂਰਜ ਵੱਲ ਜਿਵੇਂ ਉਹਦਾ ਧਿਆਨ ਲੱਗਿਆ ਰਹਿੰਦਾ, ਕਮਲ ਦੇ ਫੁੱਲ ਦਾ, ਪਾਣੀ ਵਿੱਚ ਰਹਿ ਕੇ ਵੀ ਸੂਰਜ ਨੂੰ ਤੱਕਦਾ ਹੈ। ਉਹਨੂੰ ਰੰਚਕ ਮਾਤਰ ਵੀ ਪਾਣੀ ਉਹਨੂੰ ਛੋਹ ਨਹੀਂ ਸਕਦਾ। ਜਿਹੜਾ ਪਰਮਹੰਸ ਹੁੰਦਾ ਨਾ, ਸੰਤ ਜਨ ਗੁਰਸਿੱਖ ਬ੍ਰਹਮ ਗਿਆਨੀ ਪੂਰਨ ਸਿੱਖ, ਉਹ ਇਉਂ ਹੀ ਵੱਖਰਾ ਰਹਿੰਦਾ ਹੈ। ਕਹਿੰਦੇ ਆਤਮਾ ਦਾ ਧਿਆਨ ਹਮੇਸ਼ਾ ਹਿਰਦੇ ਵਿੱਚ ਰੱਖਦਾ ਹੈ। ਤਨ ਤੇ ਸਰੀਰ ਤੇ, ਕਈ ਵਾਰ ਸਰੀਰ ਤੇ ਇੱਦਾਂ ਹੀ ਆ, ਦੁੱਖਾਂ ਸੁੱਖਾਂ ਦਾ ਦੋਵਾਂ ਦਾ ਹੀ ਹਿੱਸਾ ਹੈ। ਪਾਪਾਂ ਤੇ ਪੁੰਨਾਂ ਦਾ ਸਮੁਦਾਇ ਇਕੱਠਾ ਹੁੰਦਾ ਜਦੋਂ, ਉਦੋਂ ਸਰੀਰ ਮਿਲਦਾ। ਤੇ ਪਾਪ ਤੇ ਪੁੰਨ, ਜਦੋਂ ਪੁੰਨ ਵੱਧ ਜਾਂਦੇ ਫਿਰ ਸੁੱਖ ਮਿਲਦਾ, ਜਦੋਂ ਪਾਪ ਅੱਗੇ ਆ ਜਾਂਦੇ ਉਦੋਂ ਦੁੱਖ ਮਿਲਦਾ ਹੈ। ਨਾ ਉਹ ਦੁੱਖਾਂ ਨਾਲ ਕਦੇ
ਪਰੇਸ਼ਾਨ ਹੁੰਦਾ, ਸ਼ੋਕ ਵਿੱਚ ਆਉਂਦਾ ਹੈ, ਨਾ ਸੁੱਖਾਂ ਵੇਲੇ ਆਪੇ ਤੋਂ ਬਾਹਰ ਹੁੰਦਾ। ਕਈ ਬੰਦੇ ਖੁਸ਼ੀ ਵੇਲੇ ਜ਼ਿਆਦਾ ਵਿਗੜ ਜਾਂਦੇ, ਚਾਂਬਲ ਜਾਂਦੇ, ਦੁੱਖਾਂ 'ਚ ਠੀਕ ਰਹਿੰਦੇ। ਕਈ ਬੰਦੇ ਦੁੱਖਾਂ ਵਿੱਚ ਰੱਬ ਨੂੰ ਭੁੱਲ ਜਾਂਦੇ, ਪਰ ਕਈ ਐਸੇ ਹੁੰਦੇ ਦੁੱਖ ਸੁੱਖ ਦੇ ਵਿੱਚ ਨਿਰਲੇਪ ਰਹਿੰਦੇ, ਆਪਣੀ ਬਿਰਤੀ ਪ੍ਰਮਾਤਮਾ ਨਾਲ ਜੋੜੀ ਰੱਖਦੇ ਹਨ ਜੀ। ਪਰ ਗਿਆਨੀ ਹੈ ਨਾ ਜਿਹੜਾ, ਉਹਦਾ ਵਰਤੋਂ ਵਿਹਾਰ ਬਾਹਰਲਾ ਵਿਵਹਾਰਕ ਜੀਵਨ ਹੈ ਜਿਹੜਾ। ਇੱਕ ਗੱਲ ਨੂੰ ਯਾਦ ਰੱਖਿਓ, ਜਿੱਦਣ ਸਮਝ ਲੱਗ ਗਈ ਇਸ ਗੱਲ ਦੀ, ਸਮਝ ਉਸ ਗੱਲ ਬਣ ਗਈ। ਬਾਹਰ ਵਿਹਾਰ, ਅੰਦਰ ਵਿਚਾਰ ਹੋਣਾ ਚਾਹੀਦਾ। ਬਾਹਰ ਵਿਵਹਾਰ ਹੈ, ਧੀ ਨੂੰ ਧੀ ਦੀ ਜਗ੍ਹਾ, ਨੂੰਹ ਨੂੰ ਨੂੰਹ ਦੀ ਜਗ੍ਹਾ, ਮਾਂ ਦਾ ਸਤਿਕਾਰ, ਪਤਨੀ ਦਾ ਪਤਨੀ ਸਤਿਕਾਰ, ਇਹ ਵਿਹਾਰ ਹੈ ਬਾਹਰ। ਅੰਦਰ ਵਿਚਾਰ, ਅੰਦਰੋਂ ਸਾਰੇ ਇੱਕੋ ਹੀ ਆ ਉਹਦੇ ਲਈ। ਬਾਹਰੀ ਤੌਰ ਤੇ ਵਿਵਹਾਰ ਹੈ ਉਹਦਾ, ਅੰਦਰੋਂ ਵਿਚਾਰ ਹੈ। ਤੇ ਜਿੱਦਣ ਸਾਡੇ ਵਿੱਚ ਕੀ ਆ, ਅਸੀਂ ਬਾਹਰੋਂ ਵਿਚਾਰ ਬਾਹਰ ਲਿਆਂਦੀ, ਵਿਹਾਰ ਅੰਦਰ ਵਾੜ ਲਿਆ ਸੀ। ਅੰਦਰ ਉਹੀ ਹੈ, ਮਾਂ ਭੈਣ ਭਾਈ ਚਾਚੇ ਤਾਏ ਫੁੱਫੜ ਮਾਮੇ ਯਾਰ ਬੇਲੀ ਦੁਸ਼ਮਣ, ਹੈ ਨਾ, ਵਿਰੋਧੀ ਇਤਿਆਦਿਕ ਝਗੜਾਲੂ, ਇਹ ਸਭ ਨੇ ਅੰਦਰ। ਬਾਹਰੋਂ ਨਾ ਜੀ ਸਾਰੇ ਰੱਬ ਦਾ ਹੀ ਰੂਪ ਹੈ, ਅਸੀਂ ਤੇ ਸਾਰਿਆਂ ਨਾਲ ਇੱਕੋ ਜਿਹੇ। ਬਾਹਰੋਂ ਕਰਦਾ, ਅੰਦਰੋਂ ਕਹਿੰਦਾ ਆਵੇ ਤੇ ਸਹੀ ਕਦੇ ਮੌਕਾ, ਰਗੜ ਕੇ ਰੱਖ ਦੋ, ਚਟਾ ਦੂੰਗਾ ਧੂਲ ਆਵੇ ਕਦੇ, ਐਂ ਸੋਚਦਾ। ਬਾਹਰੋਂ ਫੇਰ ਕੰਮ ਗੜਬੜ ਹੋ ਗਿਆ। ਜਿੰਨਾ ਅਸੀਂ ਜ਼ੁਬਾਨ 'ਤੇ ਲਿਆਂਦਾ ਵਿਚਾਰ ਨੂੰ, ਜੇ ਵਿਚਾਰ ਅੰਦਰ ਵਸ ਜਾਏ ਉਨੀ, ਅਤੇ ਬਾਹਰੋਂ ਵਿਹਾਰੀ ਅੰਦਰੋਂ ਵਿਚਾਰਵਾਨ, ਤਾਂ ਜੀਵਨ ਨਿਭਦਾ ਹੈ। ਇਉਂ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਜਿਹੜਾ ਬਾਹਰ ਹੈ ਨਾ, ਬਾਹਰ ਵਰਤੈ ਗਿਆਨੀ ਸਮ ਅਗਿਆਨੀ। ਬਾਹਰੋਂ ਤਾਂ ਗਿਆਨੀ ਵਾਂਗੂ ਵਰਤਦਾ, ਉਹਨੂੰ ਵੀ ਭੁੱਖ ਲੱਗਦੀ ਹੈ, ਉਹਨੇ ਵੀ ਇਸ਼ਨਾਨ ਪਾਣੀ ਕਰਨਾ ਹੈ, ਉਹਨੇ ਵੀ ਖਾਣਾ ਪੀਣਾ ਹੈ, ਉਹਨੇ ਵੀ ਕਿਸੇ ਨੇ ਬੁਲਾਇਆ ਉਹਦੇ ਕੋਲ ਜਾਣਾ ਹੈ, ਸੌਣਾ ਉੱਠਣਾ, ਇੱਦਾਂ ਕਰਨਾ ਪੈਂਦਾ ਹੈ। ਪਰ ਮਹਾਰਾਜ ਕਹਿੰਦੇ ਜਾਣੈ ਜਗ ਕੋ ਸੁਪਨ ਸਮਾਨੀ, ਪਰ ਜਗ ਨੂੰ ਉਹ ਸੁਪਨੇ ਦੀ ਤਰ੍ਹਾਂ ਜਾਣਦਾ ਹੈ, ਅੰਦਰੋਂ ਵੱਖਰਾ ਰਹਿੰਦਾ ਹੈ। ਮੁਖ ਕੀ ਬਾਤ ਸਗਲ ਸਿਉ ਕਹਿਤਾ, ਮੁੱਖੋਂ ਮੂੰਹੋਂ ਗੱਲਾਂ ਬਾਤਾਂ ਸਾਰਿਆਂ ਨਾਲ ਕਰਨੀਆਂ, ਪਰ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਇਹ ਕਹਿੰਦੇ ਬੰਧਨ ਹੋਤ ਨਹੀਂ ਪੁੰਨ ਤਾਹੂੰ, ਉਹ ਬੰਦਾ ਆਜ਼ਾਦ ਹੈ, ਬੰਧਨਾਂ ਤੋਂ ਬੰਧਨਾਂ 'ਚ ਨਹੀਂ ਫਸਿਆ ਹੈ। ਕਹਿੰਦੇ ਬ੍ਰਹਮ ਪਰਮਾਤਮਾ ਵਿੱਚ ਉਹ ਹਮੇਸ਼ਾ ਸਮਾਇਆ ਰਹਿੰਦਾ ਹੈ, ਹਮੇਸ਼ਾ ਹੀ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਉਂ ਤਤਵੇਤਾ ਗੁਰਸਿੱਖ ਬ੍ਰਹਮ ਗਿਆਨੀ ਹੁੰਦਾ ਹੈ। ਇਹ ਗੱਲ ਭਾਈ ਪਾਰੋ ਜੁਲਕਾ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਨੇ ਦੱਸੀ, ਬੜੀ ਡੂੰਘੀ ਵਿਚਾਰ ਪੁੱਛੀ ਸੀ ਉਹਨਾਂ। ਅੱਜ ਦੇ ਟਾਈਮ ਵਿੱਚ ਤਾਂ ਇੱਦਾਂ ਦੀ ਗੱਲ ਕਰਨੀ ਵੀ ਕਈ ਵਾਰੀ ਸੋਚੀਦਾ ਵੀ ਸੁਣਾ ਦਈਏ ਕਿ ਨਾ ਸੁਣੀਏ। ਇੱਦਾਂ ਦੀ ਗੱਲ ਕਰਨੀ ਵੀ ਇੱਕ ਤਰ੍ਹਾਂ ਦਾ ਗੁਨਾਹ ਹੋ ਗਿਆ। ਕਿਉਂ? ਉੱਦਾਂ ਦਾ ਸਰੋਤਾ ਵੀ ਤਾਂ ਉਸ ਤਰੀਕੇ ਦਾ ਹੋਣਾ ਚਾਹੀਦਾ ਜਿੰਨੀ ਤੁਸੀਂ ਗੱਲ ਕਰ ਰਹੇ ਜਾਂ ਜੋ ਤੁਹਾਡੇ ਸਾਹਿਤ ਵਿੱਚ ਹੈ। ਤਾਂ ਕਰਕੇ ਫਿਰ ਲੋਕ ਅੱਜ ਕੱਲ੍ਹ ਕਥਾ ਕਹਾਣੀਆਂ ਜਾਂ ਕਥਾ ਨੂੰ ਇੱਕ ਸਮਝਦੇ ਵੀ ਤਾਂ ਐਵੇਂ ਵਾਧੂ ਟਾਈਮ ਆ। ਹਾਂ, ਕਪਿਲ ਸ਼ਰਮਾ ਦੇਖਦੇ ਹਾਂ, ਸਾਰਾ ਟੱਬਰ ਬੈਠ ਜੂਗਾ, ਭਾਵੇਂ 4 ਘੰਟੇ ਲੰਘ ਜਾਣ, ਹੱਸੂਗਾ। ਉਹ ਕਿਹੜਾ ਦੁੱਧ ਦੇ ਗਿਆ ਤੁਹਾਨੂੰ? ਉਹ ਵੀ ਨਹੀਂ ਕੁਝ ਦੇ ਕੇ ਗਿਆ ਤੁਹਾਨੂੰ, ਪਰ ਉਹਨੂੰ ਕਹਿੰਦੇ ਠੀਕ ਹੈ। ਕਾਰਨ ਕਿਉਂਕਿ ਤੁਹਾਡੇ ਹਾਣ ਦੀਆਂ ਗੱਲਾਂ ਨੇ, ਤੁਹਾਡੀਆਂ ਗੱਲਾਂ ਨੇ ਉਹ ਬਾਹਰਲੀਆਂ ਜਿਹੀਆਂ ਜਾਂ ਤੁਸੀਂ ਸੁਣਨਾ ਚਾਹੁੰਦੇ। ਕਿਸੇ ਦੀ ਲੱਤ ਖਿੱਚਤੀ, ਕਿਸੇ ਨੂੰ ਮਾੜਾ ਕਹਿਤਾ, ਕਿਸੇ ਨੂੰ ਮਜ਼ਾਕ ਕਰਤਾ, ਕਿਸੇ ਨੂੰ ਚੋਟ ਪਹੁੰਚਾਤੀ। ਹਾਸਾ ਉਦੋਂ ਹੀ ਆਉਂਦਾ ਜਦੋਂ ਕਿਸੇ ਦੀ ਬੇਇੱਜ਼ਤੀ ਹੋਈ ਹੋਵੇ, ਕਿਸੇ ਨੂੰ ਚੋਟ ਪਹੁੰਚੀ ਹੋਵੇ, ਕਿਸੇ ਨੇ ਗਲਤ ਕੰਮ ਕੀਤਾ ਹੋਵੇ, ਉਦੋਂ ਹਾਸਾ ਆਉਂਦਾ। ਨੋਟ ਕਰ ਲਿਓ। ਤੁਸੀਂ ਕਿਹੜਾ ਬ੍ਰਹਮ ਗਿਆਨੀ ਹੋ ਵੀ ਰੰਗ ਹੱਸਾ ਰੰਗ ਰੋਵੇ ਚੁੱਪ ਭੀ ਕਰ ਜਾਹੇ। ਆਪਣੀ ਮੂਰਖਤਾ 'ਤੇ ਕੋਈ ਨਹੀਂ ਹੱਸਦਾ। ਮਹਾਂਪੁਰਸ਼ ਹੈ ਜਿਹੜਾ ਆਪਣੀ ਮੂਰਖਤਾ 'ਤੇ ਹੱਸਦਾ, ਮੈਂ ਕਿੱਡਾ ਮੂਰਖ ਹਾਂ। ਪਰ ਆਮ ਦੁਨੀਆਦਾਰੀ ਦੇ ਲੋਕ ਹਮੇਸ਼ਾ ਕਿਸੇ ਨਾ ਕਿਸੇ ਦੀ ਬੇਇੱਜ਼ਤੀ 'ਤੇ, ਕਿਸੇ ਦੇ ਔਗਣ 'ਤੇ ਹੱਸਣਗੇ, ਅਤੇ ਉਹ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਹਨ। ਇਸ ਲਈ ਇੱਦਾਂ ਦੇ ਕਈ ਵਾਰ ਪ੍ਰਸੰਗ ਆਉਂਦੇ, ਉਹ ਫਿਰ ਕਈ ਵਾਰ ਸੋਚਣੇ ਪੈਂਦੇ ਹਨ ਵੀ ਕੀ ਕਰੀਏ। ਪਰ ਫਿਰ ਵੀ ਇਹ ਤਾਂ ਹੋ ਨਹੀਂ ਸਕਦਾ ਕਿ ਗੁਰੂ ਕੇ ਦਰਬਾਰ ਦੇ ਵਿੱਚ ਆਤਮ ਵਿਚਾਰ ਨਾ ਹੋਵੇ। ਅਸਲ ਵਿਚਾਰ ਇਹੀ ਹੈ, ਬਾਕੀ ਦੀਆਂ ਵੀ ਹੁੰਦੀਆਂ
ਪਰ ਪਹੁੰਚਣਾ ਸਾਰਿਆਂ ਨੂੰ ਇੱਥੇ ਹੀ ਪੈਣਾ ਹੈ। ਤੇ ਭਾਈ ਪਾਰੋ ਜੁਲਕਾਂ ਨੇ ਜਦੋਂ ਇਹ ਸਵਾਲ ਪੁੱਛਿਆ, ਗੁਰੂ ਜੀ ਨੇ ਵੀ ਫਿਰ ਐਨ ਜਵਾਬ ਦਿੱਤਾ, ਉਹਨੂੰ ਟਿਕਾਣੇ ਲਾ ਦਿੱਤੀ ਗੱਲ। ਕਹਿੰਦੇ ਤੇ ਜਿਉਂ ਮਹਾਰਾਜ ਦੇ ਬਚਨ ਸੁਣੇ ਖੁਸ਼ ਹੋ ਗਿਆ ਪਾਰੋ ਜੁਲਕਾ ਗੁਰਸਿੱਖ। ਗੁਰੂ ਅੰਗਦ ਦੇਵ ਜੀ ਤੋਂ ਬਚਨ ਸੁਣ ਕੇ ਤੇ ਮਹਾਰਾਜ ਨੇ ਆਖਿਆ ਹੁਣ ਇਹਨੂੰ ਵਿਚਾਰਿਆ ਵੀ ਕਰੀ ਰੋਜ਼ ਰੋਜ਼, ਇਹ ਨਹੀਂ ਕਿ ਇੱਥੋਂ ਸੁਣ ਕੇ ਤੇ ਦੂਜਿਆਂ ਨੂੰ ਸੁਣਾਉਣ ਲੱਗ ਪਿਆ ਵੀ ਬੜਾ ਗਿਆਨੀ ਹੈ, ਵੀ ਇਹਨੂੰ ਬੜਾ ਗਿਆਨ ਹੈ। ਮਹਾਰਾਜ ਕਹਿੰਦੇ ਆਪਣੇ ਅੰਦਰ ਵਿਚਾਰ ਕਰੀ, ਮੈਂ ਕੌਣ ਆ, ਸਰੀਰ ਆ ਕਿ ਸਰੀਰ ਤੋਂ ਵੱਖਰਾ। ਪਾਰੋ ਜੁਲਕਾ ਵੀ ਉਸੇ ਤਰ੍ਹਾਂ ਕਰਨ ਲੱਗ ਪਿਆ, ਰੋਜ਼ ਸੁਖੀ ਹੋ ਗਿਆ ਹੈ। ਕੁਝ ਸਮਾਂ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਵਿੱਚ ਖਡੂਰ ਸਾਹਿਬ ਰਿਹਾ ਇਹ ਗੁਰਸਿੱਖ ਪਾਰੋ ਜੁਲਕਾ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵੀ ਕਰਦਾ ਰਿਹਾ ਹੈ। ਗੁਰੂ ਅੰਗਦ ਦੇਵ ਜੀ ਦੇ ਸਰੀਰ ਸ਼ਾਂਤ ਹੋ ਜਾਣ ਤੋਂ ਬਾਅਦ, ਸੱਚਖੰਡ ਜਾਣ ਤੋਂ ਬਾਅਦ, ਸਰੀਰ ਬਦਲ ਲੈਣ ਤੋਂ ਬਾਅਦ ਇਹ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਵੀ ਰਿਹਾ ਹੈ। ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਰਹਿ ਕੇ ਇਹਨੇ ਆਤਮ ਅਭਿਆਸ ਕੀਤਾ ਤੇ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਬ੍ਰਹਮ ਗਿਆਨ ਇਹਨੂੰ ਹੋ ਗਿਆ ਸੀ। ਐਡੀ ਵੱਡੀ ਸੇਵਾ ਸੀ। ਸੇਵਾ ਸਿਮਰਨ ਦੇ ਨਾਲ ਇਹਨੇ ਜੀਵਨ ਦੀ ਯਾਤਰਾ ਸਫਲ ਕਰ ਲਈ। ਇਹਦੀ ਕਥਾ ਅੱਗੇ ਜਾ ਕੇ ਕਰਾਂਗੇ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਇਹਨਾਂ ਦੀ ਕਿਹੜੀ ਕਿਹੜੀ ਸੇਵਾ ਰਹੀ ਹੈ। ਅੱਗੇ ਹੁਣ ਕੁਝ ਸਿੱਖ ਆਏ। ਅੱਗੇ 12ਵਾਂ ਅੰਸੂਸ ਆਰੰਭ ਹੋ ਰਿਹਾ, 11ਵਾਂ ਸੰਪੂਰਨ ਹੋ ਗਿਆ। ਰਾਸ ਪਹਿਲੀ ਦਾ, ਪੰਜਵੀਂ ਪੋਥੀ ਦਾ। ਗੁਰੂ ਅੰਗਦ ਦੇਵ ਜੀ ਦੇ ਕੋਲ ਕੁਝ ਸਿੱਖ ਆਏ, ਜਿਨ੍ਹਾਂ ਵਿੱਚੋਂ ਭਾਈ ਮੱਲੂ ਸ਼ਾਹ, ਭਾਈ ਕੇਦਾਰਾ ਜੀ, ਭਾਈ ਦੀਪਾ ਜੀ, ਭਾਈ ਨਰਾਇਣ ਦਾਸ ਜੀ, ਭਾਈ ਬੂਲਾ ਜੀ। ਇਹ ਗੁਰਸਿੱਖ ਆਏ ਆ। ਕੱਲੇ ਕੱਲੇ ਦੇ ਆਪੋ ਆਪਣਾ ਸਵਾਲ ਹੈ, ਮਨ ਦੇ ਵਿਚਾਰ ਨੇ, ਮਨ ਦੇ ਸ਼ੰਕਾ ਨੇ। ਉਹਨਾਂ ਦਾ ਉੱਤਰ ਗੁਰੂ ਜੀ ਦੇਣਗੇ। ਹੁਣ ਦੱਸਦੇ ਨੇ ਕਿ ਭਾਈ ਮੱਲੂ ਸ਼ਾਹ ਜੀ ਗੁਰੂ ਅੰਗਦ ਦੇਵ ਜੀ ਕੋਲ ਆਏ ਇੱਕ ਵਾਰ। ਇੱਕ ਦਿਨ ਦੀ ਗੱਲ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਬੈਠਾ ਭਾਈ ਮੱਲੂ ਸ਼ਾਹ, ਹੱਥ ਜੋੜੇ, ਮੱਥਾ ਟੇਕਿਆ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਭਾਈ ਮੱਲੂ ਸ਼ਾਹ ਦੱਸੋ ਦੱਸੋ ਕਿਵੇਂ, ਕੋਈ ਗੱਲ ਹੈ, ਮਨ ਦੇ ਵਿੱਚ ਕੋਈ ਵਿਚਾਰ ਹੈ? ਕਹਿੰਦਾ ਜੀ ਕੁਛ ਪੁੱਛਣਾ ਚਾਹੁੰਦਾ ਹਾਂ। ਮਹਾਰਾਜ ਕਹਿੰਦੇ ਦੱਸ ਭਾਈ ਕੀ ਗੱਲ ਹੈ, ਇਹਦੇ ਵਿੱਚ ਮਨ ਵਿੱਚ ਰੱਖਣ ਵਾਲੀ ਕਿਹੜੀ ਗੱਲ ਹੈ? ਕਹਿੰਦਾ ਮਹਾਰਾਜ ਮੈਂ ਆਪਣੀ ਮੁਕਤੀ ਵਾਸਤੇ ਸਵਾਲ ਕਰਨਾ ਚਾਹੁੰਦਾ। ਮੇਰਾ ਸਵਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਕੋਲ ਆਇਆ, ਤੁਹਾਡਾ ਜਸ ਸੁਣ ਕੇ ਮੈਂ ਮੁਕਤੀ ਦਾ ਇੱਛੁਕ ਹਾਂ, ਚਾਹੁੰਦਾ ਹਾਂ ਕਿ ਮੇਰੀ ਮੋਕਸ਼ ਹੋ ਜਾਵੇ, ਮੁਕਤੀ ਮਿਲ ਜਾਵੇ। ਮਹਾਰਾਜ ਜੀ ਮੈਂ ਬਹੁਤ ਥਾਂ ਘੁੰਮਿਆ, ਥਾਂ ਥਾਈ ਬਹੁਤ ਸੰਤ ਮਹਾਤਮਾ ਦੀ ਸੰਗਤ ਕੀਤੀ, ਪਰ ਰਹੇ ਉਹ ਸੰਤ ਹੋਂ ਟੋਲ। ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਇਹ ਤਪੱਸਿਆ, ਮੁਖੋਂ ਇਹ ਪੰਡਿਤ ਮਿੱਠੇ। ਬਰਸ ਏਕ ਹੋਂ ਫਿਰਿਓ ਕਿਨਾ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਨੀ ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜਾ ਲੱਗੇ ਤਿਨ ਕੇ ਗੁਣ ਹੋਂ ਕਿਆ ਕਹੋਂ। ਗੁਰਦਈਏ ਮਿਲਾਏ ਭਿਖਿਆ ਜਿਵ ਤੂੰ ਰੱਖੋਂ ਤਿਵ ਰਹੋਂ। ਥਾਂ ਥਾਂ ਭਟਕਦਾ ਰਿਹਾ ਮਹਾਰਾਜ, ਸਾਲਾਂ ਬੱਧੀ ਲੰਘ ਗਏ, ਪਰ ਜਿਹਦੇ ਕੋਲ ਵੀ ਰਹਿ ਕੇ ਦੇਖਿਆ ਕਹਿਣ ਕਹਾਉਣ ਦੀ ਰਹਿਤ ਸੀ, ਪਰ ਅੰਦਰ ਦੀ ਖੁਸ਼ੀ ਨਾ ਮਿਲੀ, ਆਤਮਿਕ ਜੀਵਨ ਨਹੀਂ ਸੀ। ਇਸ ਲਈ ਮੈਂ ਮਹਾਰਾਜ ਤੁਹਾਡਾ ਜਸ ਸੁਣ ਕੇ ਆਇਆ ਹਾਂ, ਹੁਣ ਮੈਨੂੰ ਉਪਦੇਸ਼ ਦਿਓ ਜੀ, ਜਿਹਦੇ ਕਰਕੇ ਮਹਾਰਾਜ ਜੀ ਮੇਰੇ ਕਲੇਸ਼ ਕੱਟੇ ਜਾਣ। ਮੈਨੂੰ ਇੱਦਾਂ ਦਾ ਉਪਦੇਸ਼ ਦਿਓ ਜਿਹੜੇ ਮੈਂ ਕਲੇਸ਼ ਲਈ ਫਿਰਦਾ ਨਾ, ਇਹ ਮੇਰੇ ਕਲੇਸ਼, ਝੰਜਟ, ਭਰਮ, ਬੰਧਨ, ਭੈ ਕੱਟੇ ਜਾਣ। ਮਹਾਰਾਜ ਕਹਿੰਦੇ ਗੱਲ ਦੱਸ ਕੀ ਹੈ, ਕਿੱਥੇ ਅੜਿਆ ਹੋਇਆ, ਕਿਹੜੀ ਚੀਜ਼ ਹੈ ਜਿਹੜੀ ਮਨ ਦੇ ਵਿੱਚ ਖਟਕਦੀ ਹੈ ਜ਼ਿਆਦਾ? ਕਹਿੰਦਾ ਜੀ ਗੱਲ ਇਹ ਹੈ, ਮੈਂ ਸਰਕਾਰੀ ਨੌਕਰ ਹਾਂ,
ਮੈਂ ਨੌਕਰੀ ਮੁਗਲਾਂ ਦੀ ਕਰਦਾ ਹਾਂ, ਰਾਜ ਉਹਨਾਂ ਦਾ ਹੈ ਮੁਗਲਾਂ ਦਾ। ਮੈਂ ਮੁਗਲਾਂ ਦੇ ਰਾਜ ਵਿੱਚ ਸਰਕਾਰੀ ਨੌਕਰ ਹਾਂ। ਜੀਵਾ ਤਹਾਂ ਕਨੇਰੀ। ਤੇ ਉੱਥੇ ਉਹਨਾਂ ਦਾ ਕੰਮਕਾਰ ਕਰਕੇ ਮੁਗਲਾਂ ਦੇ ਨਾਲ ਰਹਿ ਕੇ ਮੇਰੀ ਰੋਜੀ ਰੋਟੀ ਹੈ, ਮੈਨੂੰ ਤਨਖਾਹ ਮਿਲਦੀ ਹੈ। ਮੈਂ ਚਾਹੁੰਦਾ ਮੇਰਾ ਲੋਕ ਵੀ ਤੇ ਪਰਲੋਕ ਵੀ ਦੋਵੇਂ ਹੀ ਸੁਹੇਲੇ ਹੋ ਜਾਣ, ਮੂੰਹ ਉਜਲਾ ਰਹਿ ਜਾਵੇ। ਤੇ ਮਹਾਰਾਜ ਅਸ ਕਰਨੀ ਕੋ ਮਮ ਚਿਤ ਚਾਹੇ, ਮੇਰਾ ਚਿੱਤ ਕੋਈ ਇਦਾਂ ਦੀ ਕਰਨੀ, ਕੋਈ ਘਾਲ ਕਰਨੀ ਚਾਹੁੰਦਾ ਹੈ ਜਿਹਦੇ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਮੱਲੂ ਸ਼ਾਹ ਦੀ ਨਾ ਸ਼ਰਧਾ ਵੇਖੀ ਕਿ ਗੱਲਾਂ ਕਰਦਾ ਉੱਤੋਂ ਜਾਂ ਹੈ ਵੀ ਅੰਦਰ। ਜਦੋਂ ਵੇਖਿਆ ਵੀ ਸੱਚੀ ਮੁੱਚੀ ਸ਼ਰਧਾ ਵਾਲਾ ਹੈ, ਇਸ ਚੀਜ਼ ਦਾ ਇੱਛੁਕ ਹੈ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਸ ਨੂੰ ਬਚਨ ਜੋ ਕੀਤੇ ਸੁਣੋ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਭਾਈ ਮੱਲੂ ਸ਼ਾਹ ਹਿਰਦੇ ਦੇ ਅੰਦਰ ਵਿਚਾਰਵਾਨ ਹੋਵੇ, ਅੰਦਰ ਦੀ ਵਿਚਾਰ ਸ਼ੁਰੂ ਕਰੋ। ਇਹ ਜਿਹੜੀ ਦੇਹੀ ਹੈ ਇਹ ਨਾਲ ਨਹੀਂ ਨਿਭਣ ਵਾਲੀ, ਸਦਾ ਥੋੜ੍ਹੇ ਸਮੇਂ ਲਈ ਮਿਲੀ ਹੈ, ਪਹਿਲਾਂ ਨਹੀਂ ਸੀ। ਇਹ ਅੱਗੇ ਥੋੜ੍ਹਾ ਸਮਾਂ, ਜਿਵੇਂ ਕੋਈ ਬੰਦਾ ਦਰਿਆ ਦੇ ਕਿਨਾਰੇ 'ਤੇ ਆਉਂਦਾ, ਕਿਸ਼ਤੀ 'ਚ ਬੈਠ ਜਾਂਦਾ। ਕਿਸ਼ਤੀ 'ਚ ਬੈਠਣ ਤੋਂ ਪਹਿਲਾਂ ਕਿਸ਼ਤੀ ਨਹੀਂ ਸੀ, ਔਰ ਜਦੋਂ ਕਿਨਾਰੇ 'ਤੇ ਲੱਗ ਗਿਆ ਉਦੋਂ ਕਿਸ਼ਤੀ ਨੂੰ ਛੱਡ ਕੇ ਚੱਲ ਜਾਓ। ਇੱਦਾਂ ਹੀ ਇਹ ਦੇਹੀ ਇਸ ਸੰਸਾਰ ਸਮੁੰਦਰ ਰੂਪੀ ਦਰਿਆ ਦੇ ਵਿੱਚ ਕਿਸ਼ਤੀ ਦੀ ਨੌਕਾ ਦੀ ਤਰ੍ਹਾਂ ਮਿਲੀ ਹੈ। ਪਹਿਲਾਂ ਇਹ ਨਹੀਂ ਸੀ, ਕੋਈ ਹੋਰ ਸੀ, ਅੱਗੇ ਨੂੰ ਇਹ ਨਹੀਂ ਰਹੇਗੀ, ਹੋਰ ਮਿਲ ਜਾਏਗੀ ਅਗਰ ਮੁਕਤੀ ਨਾ ਮਿਲੀ ਹੈ। ਇਹ ਦੇਹੀ ਦਾ ਤੇ ਅੰਤ ਆਏਗਾ ਹੀ ਆਏਗਾ ਇੱਕ ਦਿਨ। ਐਸਾ ਨਹੀਂ ਕਿ ਇਹਨੇ ਸਾਥ ਨਹੀਂ ਛੱਡਣਾ, ਇਹ ਜਾਏਗੀ। ਇਹਨੇ ਸਾਥ ਛੱਡ ਜਾਣਾ ਹੈ, ਜ਼ੁਬਾਨ ਨੇ ਸਾਥ ਛੱਡ ਜਾਣਾ ਹੈ, ਕੰਨਾਂ ਨੇ ਸਾਥ ਛੱਡ ਜਾਣਾ, ਅੱਖਾਂ ਨੇ ਸਾਥ ਛੱਡ ਜਾਣਾ, ਹੱਥਾਂ ਪੈਰਾਂ ਨੇ ਸਾਥ ਛੱਡ ਜਾਣਾ, ਕਮਰ ਨੇ ਸਾਥ ਛੱਡ ਜਾਣਾ, ਚਮੜੀ ਨੇ ਸਰੀਰ ਦਾ ਸਾਥ ਛੱਡਣ ਲੱਗ ਜਾਣਾ, ਢਰਕਣ ਲੱਗ ਜਾਂਦੀ ਹੈ, ਹੱਥ ਪੈਰ ਕੰਬਣ ਲੱਗ ਜਾਂਦੇ। ਜੀਭ ਜੋ ਬੋਲਣਾ ਚਾਹੁੰਦਾ ਬੋਲਦੀ ਨਹੀਂ, ਕੰਨ ਜੋ ਸੁਣਨਾ ਚਾਹੁੰਦਾ ਸੁਣਦੇ ਨਹੀਂ। ਹੌਲੀ 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 ਇੱਕ ਨਾ ਇੱਕ ਦਿਨ ਇਹਨਾਂ ਸਾਥੀਆਂ ਨੇ ਸਾਥ ਛੱਡ ਜਾਣਾ। ਬਾਬਾ ਫਰੀਦ ਜੀ ਫਿਰ ਇਸ ਤਰ੍ਹਾਂ ਦੀ ਹਾਲਤ ਨੂੰ ਬਾਣੀ 'ਚ ਕਹਿੰਦੇ, ਫਰੀਦਾ ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ। ਚੱਬਣ ਵਾਲੇ ਦੰਦ, ਚੱਲਣ ਵਾਲੀਆਂ ਲੱਤਾਂ, ਰਤਨਾਂ ਵਰਗੇ ਨੇਤਰ ਅੱਖਾਂ, ਸੁਣੀਅਰ ਸੁਣਨ ਵਾਲੇ ਕੰਨ ਬਹਿ ਗਏ। ਜਿਵੇਂ ਪਾਣੀ ਦੇ ਨਾਲ ਕੋਈ ਡੱਕਾ ਸੁੱਟ ਦਈਏ ਪਾਣੀ 'ਚ ਤੇ ਦੂਰ ਕਿਤੇ ਲੈ ਜਾਂਦਾ ਉਹਨੂੰ ਬਹਾ ਕੇ ਡੱਕੇ ਨੂੰ ਪਾਣੀ, ਇਸੇ ਤਰੀਕੇ ਸਮੇਂ ਦੇ ਦਰਿਆ ਦੇ ਅੰਦਰ ਇਹ ਸੋਹਣੇ ਸੋਹਣੇ ਸਾਥੀ ਵਹਿ ਗਏ। ਚੱਲਣ ਵਾਲੇ ਦੰਦ ਨਿਕਲ ਗਏ, ਚੱਬਣ ਵਾਲੇ ਨਕਲੀ ਵੀ ਲਵਾ ਲਏ, ਉਹ ਵੀ ਨਹੀਂ ਖੜਦੇ ਹੁਣ। ਚੱਲਣ ਵਾਲੀਆਂ ਲੱਤਾਂ ਵੀ ਰਹਿ ਗਈਆਂ, ਸੁਣਨ ਵਾਲੇ ਕੰਨ ਵੀ ਰਹਿ ਗਏ, ਦੇਖਣ ਵਾਲੇ ਰਤਨਾਂ ਵਰਗੇ ਨੇਤਰ ਵੀ ਰਹਿ ਗਏ। ਥੇਲੀ ਵਰਗਾ ਸ਼ੀਸ਼ਾ ਲਾ ਕੇ ਵੀ ਸਾਧ ਸੰਗਤ ਜੀ ਦਿਖਦਾ ਨਹੀਂ। ਕਹਿੰਦੇ ਫਰੀਦਾ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੈੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਹਿਰਦੇ ਨੇ ਧਾ ਮਾਰੀ ਹੈ ਕਿ ਉਹ ਮੇਰੇ ਸਾਥੀ ਕਿੱਧਰ ਚਲੇ ਗਏ। ਇੱਦਾਂ ਸਰੀਰ ਦੀਆਂ ਚੀਜ਼ਾਂ ਸਮੇਂ ਨਾਲ ਮਿਲੀਆਂ, ਸਮੇਂ ਦੇ ਨਾਲ ਚਲੀਆਂ ਜਾਣਗੀਆਂ, ਸਰੀਰ ਨੇ ਵੀ ਚਲੇ ਜਾਣਾ ਹੈ। ਇਹ ਸਰੀਰ ਦੇ ਲਈ ਬਹੁਤੀ ਚਿੰਤਾ ਨਾ ਕਰੋ, ਨਾ ਇਹਨੇ ਰਹਿਣਾ, ਇਹਨੂੰ ਪਾਲਣ ਦੀ ਬਹੁਤੀ ਚਿੰਤਾ 'ਚ ਨਾ ਰਹੋ, ਇਹਨੂੰ ਸਾਂਭਣ ਦੀ ਬਹੁਤੀ ਖੇਚਲ ਨਾ ਕਰੋ। ਥੋੜ੍ਹੀ ਜਿਹੀ ਆਦਤ ਪਾਓ, ਤਤਿਕਸ਼ਾ ਬਿਰਤੀ ਰੱਖੋ। ਮੈਂ ਆਪ ਕਈ ਵਾਰ ਇਸ ਤਰ੍ਹਾਂ ਸੋਚਦਾ ਹੁੰਦਾ, ਜਿਵੇਂ ਇੱਕ ਮਹਾਤਮਾ ਦਾ ਸੁਣਿਆ ਨਾ, ਉਹਨੂੰ ਕਿਸੇ ਬੀਬੀ ਨੇ ਆਖਿਆ, ਬੇਟਾ ਗੁੜ ਬੜਾ ਖਾਂਦਾ, ਇਹਨੂੰ ਕਹਿ ਦਿਓ ਗੁੜ ਨਾ ਖਾਇਆ ਕਰ। ਕਹਿੰਦੇ ਕੋਈ ਨਾ, ਕੱਲ੍ਹ ਨੂੰ ਲੈ ਵੀ ਲਿਆਂਦਾ, ਇਹਨੂੰ ਰੋਕ ਦਿਓ। ਕਹਿੰਦੇ 2-4 ਦਿਨਾਂ ਬਾਅਦ ਲੈ। ਫੇਰ ਆਈ, ਫੇਰ ਉਸ ਤੋਂ ਬਾਅਦ ਉਹਨੂੰ ਕਹਿਣ ਲੱਗੇ, ਕਹਿੰਦੇ ਬੇਟਾ ਗੁੜ ਨਾ ਖਾਇਆ ਕਰ। ਬੀਬੀ ਕਹਿੰਦੀ ਜੇ ਇੰਨੀ ਕਿ ਗੱਲ ਇਹ ਕਹਿਣੀ ਸੀ ਪਹਿਲੇ ਦਿਨ ਕਹਿ ਦਿੰਦਾ। ਉਹ ਕਹਿੰਦਾ ਦਰਅਸਲ ਪਹਿਲਾਂ ਮੈਂ ਖਾਂਦਾ ਸੀ, ਮੈਂ ਆਪਣੇ 'ਤੇ ਕਰ ਰਿਹਾ।
ਇਹ ਗੱਲਾਂ ਹੈ ਤਾਂ ਚਲੋ ਗੁਰੂ ਕੀਆਂ ਨੇ, ਮੇਰਾ ਇਹਦੇ ਵਿੱਚ ਕੋਈ ਨਾ, ਮੇਰੀ ਕੋਈ ਉੱਚੀ ਅਵਸਥਾ, ਨਾ ਮੇਰਾ ਕੋਈ ਲੈਣ ਦੇਣਾ ਇਹਦੇ ਨਾਲ, ਮੈਂ ਤੇ ਬਹੁਤ ਪਿੱਛੇ ਹਾਂ। ਪਰ ਮੈਂ ਕਈ ਵਾਰ ਸੋਚਦਾ ਹੁੰਨਾ, ਮੈਂ ਖੁਦ ਵੀ ਇਹਨਾਂ ਸੁਵਿਧਾਵਾਂ ਵਿੱਚ ਜਿਨ੍ਹਾਂ 'ਚ ਜ਼ਿਆਦਾ ਫਸ ਜਾਂਦਾ, ਮੈਂ ਉਹਨਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕਰਾਂ। ਸਾਡੇ ਸਰੀਰ ਨੂੰ ਸੁੱਖਾਂ ਦੀ ਬਹੁਤ ਆਦਤ ਪੈ ਗਈ, ਥੋੜ੍ਹੀ ਜਿਹੀ ਗਰਮੀ ਨਹੀਂ ਚੱਲ ਪਾਉਂਦੇ, ਥੋੜ੍ਹੀ ਜਿਹੀ ਸਰਦੀ ਨਹੀਂ ਚੱਲ ਪਾਉਂਦੇ, ਸਾਨੂੰ ਥੋੜ੍ਹਾ ਜਿਹਾ ਨੀਂਦ ਦਾ ਸੁੱਖ ਜ਼ਿਆਦਾ ਪੈ ਗਿਆ। ਸਾਨੂੰ ਇਸ ਤਰੀਕੇ ਨਾਲ ਛੁਟਕਾਰਾ ਪਾਉਣਾ ਚਾਹੀਦਾ। ਪਹਿਲਾਂ ਵੀ ਆਨੰਦ ਮਾਣਦੇ ਰਹੇ, ਜੇ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਹੋਵੇ, ਅੱਗੇ ਨੂੰ ਵੀ ਮਾਣਨਾ ਚਾਹੀਦਾ। ਕਈ ਵਾਰ ਖੜੋਤ ਆ ਜਾਂਦੀ ਹੈ, ਪਰ ਖੜਨਾ ਨਹੀਂ, ਅੱਗੇ ਵਧਣਾ ਚਾਹੀਦਾ। ਗੁਰੂ ਅੰਗਦ ਦੇਵ ਜੀ ਨੇ ਜੋ ਸਮਝਾਇਆ, ਉਹ ਤੁਹਾਡੇ ਤੇ ਮੇਰੇ ਤੇ ਸਣੇ ਸਾਡੇ ਸਾਰਿਆਂ 'ਤੇ ਲਾਗੂ ਹੁੰਦੀ ਗੱਲ। ਮਹਾਰਾਜ ਕਹਿੰਦੇ, ਦੇਹੀ ਦੇ ਸੁੱਖਾਂ 'ਚ ਬਹੁਤਾ ਨਾ ਫਸੋ, ਇਹਦੇ ਸੁੱਖਾਂ ਨੂੰ ਤਿਆਗੋ, ਸਬਰ ਕਰਨਾ ਸਿੱਖੋ ਬਿਰਤੀ ਦੇ ਅੰਦਰ, ਤੇ ਅਧਿਆਤਮ ਦੇ ਮਾਰਗ 'ਤੇ ਅੱਗੇ ਤਾਂ ਵਧਿਆ ਜਾਏਗਾ। ਆਤਮਦਰਸ਼ੀ ਹੋਵੋ ਸਦਾ, ਤੇ ਆਤਮਾ ਨੇ ਨਿਭਣਾ ਨਾਲ। ਆਤਮਾ ਹੈ ਤੁਹਾਡੀ, ਜੋ ਹੈ ਉਹਨੂੰ ਮਾਰੇ ਕੋਈ ਮਰਦੀ ਨਹੀਂ। ਮਹਾਰਾਜ ਕਹਿੰਦੇ ਉਹ ਹੈ ਸਦਾ ਜਿਉਣ ਵਾਲੀ, ਅੱਗ ਉਹਨੂੰ ਸਾੜ ਨਹੀਂ ਸਕਦੀ। ਕਹਿੰਦੇ ਅੱਗ ਜਾਲ ਨਹੀਂ ਸਕਦੀ, ਪਾਣੀ ਡੁਬਾ ਨਹੀਂ ਸਕਦਾ, ਸ਼ਸਤਰ ਉਹਨੂੰ ਕੱਟ ਨਹੀਂ ਸਕਦੇ। ਗੀਤਾ ਦਾ ਪੂਰਾ ਹੀ ਸਿਧਾਂਤ ਇੱਥੇ 4 ਪੈਰਿਆਂ ਦੇ ਵਿੱਚ ਜਾਂ ਛੰਦਾਂ ਵਿੱਚ ਦੇ ਦਿੱਤਾ। ਕਹਿੰਦੇ ਜਿਸ ਕੋ ਪੌਣ ਨਾ ਸਕੈ ਡੁਲਾਏ, ਜਿਹਨੂੰ ਹਵਾ ਡੁਲਾ ਨਹੀਂ ਸਕਦੀ। ਕਾਲ ਜਿਹੜਾ ਕਾਲ ਹੈ ਨਾ, ਇਹ ਸਭ ਦਾ ਨਾਸ਼ ਕਰਨ ਵਾਲੀ ਹੈ। ਪਰ ਆਤਮਾ ਕਾਲ ਦੀ ਵੀ ਕਾਲ ਹੈ, ਮੌਤ ਨੂੰ ਵੀ ਵੇਖਦੀ ਹੈ। ਜਦੋਂ ਸਰੀਰ ਨੂੰ ਲੈ ਕੇ ਜਾਂਦਾ ਨਾ ਆਤਮਾ ਸੂਖਸ਼ਮ ਨੂੰ, ਆਪਣਾ ਇਹ ਕਾਲ ਜਮ, ਉਦੋਂ ਵੀ ਉਹ ਦੇਖਦੀ, ਸਾਖੀ ਹੈ ਪਿੱਛੇ ਖੜੀ, ਡੰਡੇ ਪੈਂਦਿਆਂ ਨੂੰ ਚੀਕਾਂ ਮਾਰਦੇ ਨੂੰ ਉਦੋਂ ਵੀ ਦੇਖਦੀ ਹੈ। ਇਹ ਤਾਂ ਜਗਤ ਨੂੰ ਸੁਪਨੇ ਦੀ ਸਮਾਨ ਜਾਣੋ। ਮਹਾਰਾਜ ਕਹਿੰਦੇ ਅੱਜ ਉਹ ਕੰਮ ਹੈ ਨਾ ਆਪਣੀ ਕਿਰਤ ਵਿਰਤ, ਉਹ ਤੇ ਧਿਆਨ ਦਿਓ, ਕਿਰਤ ਵਿਰਤ ਵੀ ਕਰੋ, ਪਰ ਜਗ ਨੂੰ ਸੁਪਨੇ ਦੀ ਤਰ੍ਹਾਂ ਜਾਣੋ। ਮਹਾਰਾਜ ਕਹਿੰਦੇ ਇੱਦਾਂ ਕੰਮਕਾਰ ਕਰਦਿਆਂ ਹੱਥਾਂ ਪੈਰਾਂ ਦੇ ਨਾਲ ਅਭਿਆਸ ਬ੍ਰਹਮ ਗਿਆਨ ਦਾ ਰੱਖੀ ਅੰਦਰ, ਸਾਸ ਸਾਸ ਨਾਲ ਸਿਮਰਨ ਕਰੋ ਪਰਮਾਤਮਾ ਦਾ। ਆਪਣੇ ਅੰਦਰ ਆਪਣੀ ਆਤਮਾ ਨੂੰ, ਸਾਖੀ ਨੂੰ, ਉਹਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਯਤਨ ਕਰੋ। ਬੈਠੇ ਹੋ ਕਿਤੇ ਗੱਲਾਂ ਬਾਤਾਂ ਵਿੱਚ, ਤਾਂ ਵੀ ਲੰਮਾ ਸਾਹ ਲੈ ਕੇ ਦੇਖੋ, ਅੰਦਰ ਟਿਕੋ ਥੋੜ੍ਹਾ ਜਿਹਾ। ਜਦੋਂ ਖਿੰਡੇ ਉਹਨੂੰ ਸੰਕੋਚੋ, ਫਿਰ ਵਾਪਸ ਲੈ ਕੇ ਆਓ। ਤਨ ਦੀ ਹੰਗਤਾ ਨੂੰ ਝੂਠ ਜਾਣੋ। ਆਹ ਦੇਖੋ ਕਿੱਡੀ ਵੱਡੀ ਗੱਲ ਕਵੀ ਜੀ ਕਹਿੰਦੇ, ਦੇਖੋ ਜਿਹੜੀ ਗੱਲ ਗੁਰੂ ਜੀ ਨੇ ਉਸ ਭਾਈ ਮੱਲੂ ਸ਼ਾਹ ਨੂੰ ਆਖੀ, ਕ੍ਰਿਸ਼ਨ ਜੀ ਨੇ ਐਡੀ ਵੱਡੀ ਗੀਤਾ 'ਚ ਉਪਦੇਸ਼ ਦਿੱਤਾ ਹੈ। ਉਹ ਗੁਰੂ ਜੀ ਨੇ ਥੋੜ੍ਹੇ ਜਿਹੇ ਸਮੇਂ 'ਚ ਉਪਦੇਸ਼ ਦਿੱਤਾ। ਅਰਜਨ ਦਾ ਔਰ ਸ਼੍ਰੀ ਕ੍ਰਿਸ਼ਨ ਜੀ ਦੇ ਉਪਦੇਸ਼ ਦੀ ਗੱਲ ਆਉਂਦੀ ਹੈ। ਤੇ ਮਹਾਰਾਜ ਕਹਿੰਦੇ ਭਾਈ ਜੰਗ ਵੀ ਕਰਨਾ ਪਵੇ, ਜੰਗ ਵੀ ਕਰਦਾ ਹੈ ਯੋਧਾ, ਪਰ ਸਰੀਰ ਨੂੰ ਕੂੜ ਜਾਣ ਕੇ, ਆਤਮਾ ਨੂੰ ਸੱਚ ਜਾਣ ਕੇ ਆਤਮ ਸਾਖੀ ਹੋਵੋ। ਆਪਣੇ ਹੱਥੀਂ ਕਿਰਤ ਵਿਰਤ ਕਰਕੇ ਕੁਝ ਨਾ ਕੁਝ ਦਾਨ ਵੀ ਲੋੜਵੰਦਾਂ ਨੂੰ ਕਰੋ। ਮਹਾਰਾਜ ਕਹਿੰਦੇ ਤਨ ਨਾਸ਼ਵੰਤ ਹੈ, ਇਸ ਗੱਲ 'ਚ ਕੋਈ ਸ਼ੰਕਾ ਨਾ ਲਿਆਓ ਕਿ ਇਹਨੇ ਸਦਾ ਰਹਿਣਾ। ਇਹ ਨਹੀਂ ਰਹਿ ਸਕਦਾ। ਭਾਵੇਂ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ, ਪੀਰ ਪੈਗੰਬਰ ਅਵਤਾਰ ਹੋਏ ਹਨ, ਰਿਸ਼ੀ ਮੁਨੀ, ਵੈਦ ਜੋਤਕੀ ਸਭ ਚਲੇ ਗਏ। ਤੇ ਮਹਾਰਾਜ ਕਹਿੰਦੇ, ਉਹਨੇ ਅੱਗੋਂ ਆਖਿਆ ਮਹਾਰਾਜ ਤਨ ਜਾਂਦਾ ਕਦੋਂ ਹੈ? ਸਰੀਰ। ਮਹਾਰਾਜ ਦੱਸਦੇ ਆ ਜਦੋਂ ਦੇਸ਼ ਸਮਾਂ ਅਤੇ ਕੋਈ ਕਾਰਨ ਸਬੱਬ ਬਣ ਜਾਏ ਉਦੋਂ ਜਾਂਦਾ। ਅੱਗੇ ਉਹਨੂੰ ਕੀ ਉਪਦੇਸ਼ ਦਿੰਦੇ ਆਪਾਂ ਕੱਲ੍ਹ ਨੂੰ ਸੁਣਾਂਗੇ। ਭਾਈ ਮੱਲੂ ਸ਼ਾਹ ਨੂੰ ਮੌਤ ਦੇ ਕਾਰਨ ਕਿਵੇਂ ਕਿਵੇਂ ਸਰੀਰ ਨੂੰ ਆਤਮਾ ਛੱਡ ਕੇ ਜਾਂਦਾ ਹੈ, ਉਹ ਸਾਰਾ ਪ੍ਰਸੰਗ ਅੱਗੇ ਕੱਲ੍ਹ ਨੂੰ ਸੁਣਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ। ਹੋਈਆਂ ਭੁੱਲਾਂ ਦੀ ਖਿਮਾ।
ਸਮੂਹ ਸਾਧ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਆਗਨਾਸ਼, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ,